जी अस्सलाम वालेकुम, सत श्री अकाल। मैं मुनीर हुशियारपुरिया और अज मैं एक चैनल है साढ़े दोस्त मैं हाँ बोलदा पंजाब उन्हां वल्लों एक इंटरव्यू कर रहा। एक बड़ी जानी मानी परसनैलिटी पाकिस्तान दी, बल्कि पाकिस्तान दी की इन्हां दा सफ़र बहुत पहले तो शुरू हुंदा। ਜਦੋਂ ਪਾਕਿਸਤਾਨ ਇੰਡੀਆ ਬਣਿਆ ਉਦੋਂ ਆਪ ਜੀ 7 ਸਾਲ ਦੇ ਸੀ। ਮੇਰਾ ਇੱਕ ਖਾਸ ਪਿਆਰ ਇਹ ਬੂਰੇ ਵਾਲੇ ਦੇ ਵਿੱਚ ਬੈਠੇ ਹਾਂ ਅਸੀਂ ਇਸ ਟਾਈਮ ਇਹਨਾਂ ਨਾਲ, ਔਰ ਮੇਰਾ ਉਸ ਪਿਆਰ ਦਾ ਜਿਹੜਾ ਸਾਡੇ ਦਰਮਿਆਨ ਇੱਕ ਕਾਮਨ ਫੈਕਟਰ ਹੈ ਉਹ ਹੁਸ਼ਿਆਰਪੁਰ ਹੈ। ਤਾਂ ਚੌਧਰੀ ਕੁਰਬਾਨ ਅਲੀ ਚੌਹਾਨ ਸਾਹਿਬ ਹੈ ਮੇਰੇ ਨਾਲ ਇਸ ਟਾਈਮ ਤਸ਼ਰੀਫ ਫਰਮਾ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਇਹਨਾਂ ਦਾ ਬਚਪਨ ਸਾਰਾ ਗੁਜ਼ਰਿਆ ਜਿਹੜਾ ਤਹਿਸੀਲ ਹੁਸ਼ਿਆਰਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਪਿੰਡ ਹੈ ਖੜਕਾਂ, ਉੱਥੋਂ ਇਹਨਾਂ ਦੀ ਕਹਾਣੀ ਸ਼ੁਰੂ ਹੋਏਗੀ। ਔਰ ਇਹਨਾਂ ਦਾ ਇੱਕ ਬਹੁਤ ਲੰਬੀ ਜੱਦੋ ਜਹਿਦ ਹੈ। ਰੀਸੈਂਟਲੀ ਜਿਹੜੇ ਦੋਸਤ ਮੈਨੂੰ ਫੇਸਬੁੱਕ 'ਤੇ ਜਾਂ ਹੋਰ ਸੋਸ਼ਲ ਮੀਡੀਆ 'ਤੇ ਦੇਖਦੇ, ਇਹਨਾਂ ਦੀ ਬੁੱਕ ਵੀ ਆਈ ਆਪ ਬੀਤੀ ਆਪ ਜੀ ਦੀ ਆਟੋਬਾਇਓਗ੍ਰਾਫੀ ਹੈ ਗਾਂਵ ਸੇ ਪਾਰਲੀਮੈਂਟ ਤੱਕ। ਉਹਦੇ ਉਸ ਹਵਾਲੇ ਨਾਲ ਵੀ ਜਾਣਦੇ ਤਾਂ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਮੈਨੂੰ, ਖਾਸ ਤੌਰ 'ਤੇ ਚੜ੍ਹਦੇ ਪੰਜਾਬ ਵੱਲੋਂ ਵੀ, ਕਿ ਜੀ ਚੌਧਰੀ ਸਾਹਿਬ ਨਾਲ ਕੋਈ ਗੱਲਬਾਤ ਕਰੋ ਔਰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੋ। ਤੇ ਮੈਂ ਤੁਹਾਡੀ ਹੁਣ ਗੱਲਬਾਤ ਨੂੰ ਮੈਂ ਵੱਡਾ ਨਹੀਂ ਕਰਦਾ, ਲੰਮਿਆਂ ਨਹੀਂ ਕਰਦਾ, ਤਾਂ ਹੁਣ ਮੈਂ ਚੌਧਰੀ ਸਾਹਿਬ ਨਾਲ ਚਾਹਾਂਗਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਚੌਧਰੀ ਸਾਹਿਬ ਖੁਦ ਸਾਨੂੰ ਦੱਸਣ ਆਪਣੇ ਬਾਰੇ, ਆਪਣੇ ਪਿੰਡ ਦੇ ਬਾਰੇ ਔਰ ਜੋ ਵੀ ਗੱਲਬਾਤ ਹੈ। ਜੀ ਚੌਧਰੀ ਸਾਹਿਬ ਤੁਸੀਂ ਆਪਣੇ ਪਿੰਡ ਤੋਂ ਖੁਦ ਹੀ ਸ਼ੁਰੂ ਹੋ ਜਾਓ ਜੀ। ਆਪਣਾ ਪਿੰਡ ਕਿਹੜਾ ਸੀ? ਬਿਸਮਿल्लाहिर्रहमानिर्रहीम ਜੀ। ਸਰ ਸਾਡਾ ਪਿੰਡ ਸੀ ਖਰਕਾਂ। ਖਰਕਾਂ ਤਹਿਸੀਲ ਵੀ ਹੁਸ਼ਿਆਰਪੁਰ ਸੀ, ਜ਼ਿਲ੍ਹਾ ਵੀ ਸਾਡਾ ਹੁਸ਼ਿਆਰਪੁਰ ਸੀ ਜੀ। ਬਲਕਿ ਲੋਕੈਲਿਟੀ ਉਹਦੀ ਇਹ ਸੀ, ਹੁਸ਼ਿਆਰਪੁਰੋਂ ਜਿਹੜੀ ਊਨੇ ਨੂੰ ਸੜਕ ਜਾਂਦੀ ਸੀ ਹਾਂਜੀ ਜੀ ਜੀ ਉਹਦੇ 'ਤੇ 7ਵੇਂ ਮੀਲ 'ਤੇ ਸਾਡਾ ਪਿੰਡ ਸੀ ਜੀ। ਸਾਡੇ ਪਿੰਡ ਤੋਂ ਸਪੈਸ਼ਲਿਟੀ ਉਹਦੀ ਇਹ ਹੈ ਕਿ ਸਾਡੇ ਪਿੰਡ ਤੋਂ ਮਸ਼ਰਕ ਸਾਈਡ 'ਤੇ ਪਹਾੜ ਸੀ ਜੀ ਅਤੇ ਗਰਬੀ ਸਾਈਡ 'ਤੇ ਥੋੜ੍ਹਾ ਇਲਾਕਾ ਜਿਹੜਾ ਹਮਵਾਰ ਸੀ। ਵੈਸੇ ਤਾਂ ਉਹ ਬਾਰਾਨੀ ਏਰੀਆ ਸੀ ਜੀ ਜੀ, ਲੇਕਿਨ ਪਹਾੜ ਸੀ, ਸਰਸਬਜ਼ ਸੀ, ਹਰ ਕਿਸਮ ਦਾ ਫਲ ਸੀ ਉੱਥੇ, ਹਰ ਕਿਸਮ ਦੀ ਹਰਿਆਲੀ ਸੀ, ਹਰ ਕਿਸਮ ਦਾ ਜਾਨਵਰ ਸੀ, ਹਰ ਕਿਸਮ ਦਾ ਪਰਿੰਦਾ ਸੀ। ਉਸ ਤੋਂ ਬਾਅਦ ਲੋਕ ਜਿਹੜੇ ਆ ਉਹ ਅਮਨ ਪਸੰਦ, ਜਫਾਕਸ਼ ਔਰ ਮਿਹਨਤੀ ਲੋਕ ਹੈਗੇ ਸਨ। ਜ਼ਿਆਦਾਤਰ ਉੱਥੇ ਬਰਾਦਰੀ ਜਿਹੜੀ ਹੈ ਉਹ ਸਾਡੀ ਗੁੱਜਰ ਬਰਾਦਰੀ ਦੇ ਮੁਸਲਿਮ ਗੁੱਜਰ, ਬਲਕਿ ਉਹਨਾਂ 'ਚ ਦੋ ਕਬੀਲੇ ਸੀ। ਚੌਹਾਨ ਸਾਡੇ ਦਾਦਕੇ ਸਨ ਜੀ ਤੇ ਬਜਾੜ ਸਾਡੇ ਨਾਨਕੇ ਸੀ। ਮੇਰੇ ਵੀ ਨਾਨਕੇ ਬਜਾੜ। ਅੱਛਾ ਜੀ, ਹਾਂ ਜੀ, ਕਾਮਨ ਫੈਕਟਰ ਹੋ ਗਿਆ ਜੀ ਜੀ। ਅੱਛਾ, ਉਹ ਜਨਾਬ ਉਹ ਆਪਸ ਵਿੱਚ ਹੀ ਇਤਨਾ ਪਿਆਰ ਮੁਹੱਬਤ ਤੇ ਵਜ਼ਾਦਾਰੀ ਨਾਲ ਰਹਿੰਦੇ ਸੀ ਜੀ ਵੀ ਇਹ ਜਿਹੜੀਆਂ ਦੁਨਿਆਵੀ ਉਲਝਣਾਂ ਨੇ ਉਹ ਉੱਥੇ ਉਹਨਾਂ ਕੋਲ ਬਹੁਤ ਘੱਟ ਸਨ। ਠੀਕ ਹੈ। ਅਗਰ ਕੋਈ ਐਸਾ ਵਾਕਿਆ ਹੋ ਗਿਆ, ਮਿਸਅੰਡਰਸਟੈਂਡਿੰਗ ਹੋ ਗਈ ਜਾਂ ਕੋਈ ਐਸਾ ਵਾਕਿਆ ਬਣ ਗਿਆ ਜਿਹੜਾ ਕਿ ਮੁਆਸ਼ਰੇ ਦੀ ਰੂਹ ਦੇ ਖਿਲਾਫ ਹੈ, ਜੀ ਜੀ, ਤੇ ਫੌਰੀ ਤੌਰ 'ਤੇ ਉੱਥੇ ਇੱਕ ਤਕੀਆ ਹੁੰਦਾ ਸੀ। ਤਕੀਆ ਜਿਹੜਾ ਉਹ ਇੰਜ ਸੀ ਵੀ ਜਿਵੇਂ ਪਿੰਡ ਦੀ ਸਾਂਝੀ, ਇੱਕ ਕਾਮਨ ਪਲੇਸ ਸੀ ਬੈਠਣ ਲਈ। ਹਾਂਜੀ ਜੀ ਜੀ, ਉੱਥੇ ਪਰਿਆ ਹੋ ਜਾਂਦੀ ਸੀ। ਜੀ ਜੀ, ਕੁਨਬਾਵਾਰ ਉੱਥੇ ਬੰਦੇ, ਅਲਹਮਦੁਲਿਲਾ, ਸ਼ੁਕਰ ਹੈ ਖੁਦਾ ਦਾ ਕਿ ਮੇਰੇ ਦਾਦਾ ਜੀ 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 ਚੌਧਰੀ ਇਮਾਮਦੀਨ ਉਹਨਾਂ ਦਾ ਨਾਂ ਸੀ। ਜੀ ਜੀ, ਕਿਆ ਬਾਤ ਹੈ, ਬੜੀ ਮੇਰੇ ਨਾਲੋਂ ਵੀ ਜ਼ਿਆਦਾ ਕੋਈ 6 ਇੰਚ ਉੱਚਾ ਕੱਦ ਹੋਣਾ ਉਹਨਾਂ ਦਾ, ਮਾਸ਼ਾਅੱਲਾ, ਤੇ ਐਡੀ ਵੱਡੀ ਪੱਗ ਤੇ ਦਾੜੀ ਰੱਖੀ ਉਹਨਾਂ ਨੇ ਉੱਤੇ। ਮੇਰਾ ਮਤਲਬ ਉਹ ਤੇ ਦੂਸਰੇ ਸਾਡੇ ਬਜ਼ੁਰਗ ਜਿਹੜੇ ਨੇ, ਨੰਬਰਦਾਰ ਸਾਹਿਬਾਨ, ਹੋਰ ਅੱਛੇ ਲੋਕ, ਉਹ ਪੰਚਾਇਤ ਦਾ ਇੱਕ ਹਿੱਸਾ ਹੁੰਦੇ ਸੀ। ਉੱਥੇ ਬਹਿ ਕੇ ਪੰਚਾਇਤ ਨੇ ਜਿਹੜੀ ਗੱਲ ਕਰ ਦੇਣੀ, ਫਿਰ ਉਹ ਕਾਨੂੰਨ ਹੁੰਦਾ ਸੀ, ਉਹਦੇ 'ਤੇ ਅਮਲ ਦਰਾਮਦ ਹੁੰਦਾ ਸੀ। ਜੀ ਜੀ ਜੀ, ਹਾਂਜੀ, ਬੜੇ ਪੁਰਅਮਨ ਤਰੀਕੇ ਨਾਲ ਲੋਕ ਰਹਿ ਰਹੇ ਸੀ। ਇਹ ਮੁਸਲਿਮ ਆਬਾਦੀ ਸੀ ਉੱਥੇ। ਉਹਦੇ ਵਿੱਚ ਹਿੰਦੂਆਂ ਦਾ ਤਾਂ ਇੱਕ ਘਰ ਸੀ। ਅੱਛਾ, ਉਹਨਾਂ ਦੀ ਸਿਰਫ ਦੁਕਾਨ ਸੀ ਉੱਥੇ। ਕੋਈ ਯਾਦ ਹੋਵੇ ਉਹਨਾਂ ਦਾ ਨਾਮ? ਮਦਨ ਦੀ ਦੁਕਾਨ ਸੀ। ਮਦਨ ਦੀ ਦੁਕਾਨ। ਮਦਨ, ਹਾਂਜੀ ਜੀ ਜੀ। ਅੱਛਾ,
ਬਲਕਿ ਉਹਦੇ ਨਾਲ ਤਾਂ ਕਈ ਯਾਦਾਂ ਵੀ ਵਾਬਸਤਾ ਹੈਗੀਆਂ ਨੇ। ਮਦਨ ਦੀ ਦੁਕਾਨ ਹੁੰਦੀ ਸੀ। ਅੱਛਾ, ਬਾਕੀ ਉੱਥੇ ਲੋਕ ਜਿਹੜੇ ਸੀ ਮਜ਼ਦੂਰ ਪੇਸ਼ਾ ਜ਼ਿਆਦਾ ਲੋਕ ਸਨ। ਉਹ ਹਰ ਜ਼ਿਮੀਂਦਾਰ ਦੀ ਨਾਲ ਇੱਕ ਇੱਕ ਬੰਦਾ ਅਟੈਚ ਹੁੰਦਾ ਸੀ। ਉਹ ਕਿਹੜੀ ਕਮਿਊਨਿਟੀ ਸੀ? ਉਹ ਚਮਾਰ ਸੱਦੇ ਸੀ। ਚਮਾਰ, ਹਾਂਜੀ, ਚਮਾਰ। ਚਮਾਰ, ਠੀਕ ਹੈ। ਉਹ ਚਮਾਰ ਉਹਨਾਂ ਦੀ ਅਲੱਗਾ ਹੀ ਆਬਾਦੀ ਸੀ, ਹਾਂਜੀ, ਆਪਣੇ ਅਲੱਗਾ ਰਹਿਣ ਬਹਿਣ ਸਾਰਾ। ਉਹ ਹਰ ਜ਼ਿਮੀਂਦਾਰ ਦੇ ਨਾਲ ਇੱਕ ਦੋ ਉਹ ਬੰਦੇ ਅਟੈਚ ਹੁੰਦੇ ਸੀ। ਜੀ ਹਾਂ, ਠੀਕ ਹੈ। ਅੱਛਾ, ਫਿਰ ਉਹਨਾਂ ਦਾ ਬਾਕਾਇਦਾ ਉਜਰਤ ਜਿਹੜੀ ਸੀ, ਉਹ ਕੋਈ ਤਨਖਾਹ ਵਗੈਰਾ ਨਹੀਂ ਸੀ, ਉਹਨਾਂ ਦਾ ਹਿੱਸਾ ਹੁੰਦਾ ਸੀ ਫਸਲ ਵਿੱਚੋਂ ਉਹ ਹਿੱਸਾ ਹੁੰਦਾ ਸੀ। ਅੱਛਾ, ਉਸ ਤੋਂ ਬਾਅਦ ਅਕਸਰੀਅਤ ਲੋਕ ਜਿਹੜੇ ਹੈ ਉਹ ਮੁਲਾਜ਼ਮਤ ਪੇਸ਼ਾ ਸੀ। ਅੱਛਾ, ਸੁਲਝੇ ਲੋਕ ਸਨ, ਬਾਹਰ ਅੰਦਰ ਵੀ ਜਾਂਦੇ ਸਨ, ਕਦਰਦਾਨ ਸੀ, ਫੌਜ ਦੇ ਵਿੱਚ ਵੀ, ਪੁਲਿਸ ਦੇ ਵਿੱਚ ਵੀ ਸਨ। ਉਸ ਤੋਂ ਬਾਅਦ ਦੂਸਰੇ ਸਾਰੇ ਮਹਿਕਮਿਆਂ ਦੇ ਵਿੱਚ ਹੈਗੇ ਸੀ। ਇਹ ਜਿਹੜੀ ਤਾਲੀਮੀ ਲਿਹਾਜ਼ ਨਾਲ ਕੋਟ ਅਬਦੁਲ ਖਾਲਕ, ਜੀ, ਕੋਟ ਅਬਦੁਲ ਖਾਲਕ ਕਸਬਾ ਸੀ ਸਾਡੇ, ਉੱਥੇ ਸਕੂਲ ਹੈਗੇ ਸਨ। ਜੀ, ਬਿਲਕੁਲ ਹੈ ਸੀ। ਜਿੰਨੇ ਸਾਡੇ ਦੋਸਤ ਬਜ਼ੁਰਗ ਜਿਹੜੇ ਪੜ੍ਹੇ ਨੇ ਉਹ ਸਾਰੇ ਕੋਟ ਅਬਦੁਲ ਖਾਲਕ ਦੇ ਪੜ੍ਹੇ ਹੋਏ। ਹਾਂਜੀ, ਮੇਰੇ ਬਾਪੂ ਜੀ ਵੀ ਉੱਥੋਂ ਦੇ ਪੜ੍ਹੇ। ਹਾਂਜੀ, ਮਹਿਲਾ ਵਾਲੀ ਤੋਂ ਪੜ੍ਹਨ। ਮੈਂ ਵੈਸੇ ਅਸੀਂ ਚੱਕ ਸਾਧੂ ਵੀ ਸਕੂਲ ਹੈਗਾ ਸੀ, ਪ੍ਰਾਇਮਰੀ ਸਕੂਲ ਸੀ। ਅੱਛਾ, ਉੱਥੇ ਸਾਡੇ ਇੱਕ ਅੱਲਾਹ ਤਾਲਾ ਗਰੀ ਕੇ ਰਹਿਮਤ ਫਰਮਾਏ ਮਾਸਟਰ ਫਿਰੋਜ਼ਦੀਨ, ਜੀ, ਉਹ ਇੱਥੇ ਆ ਕੇ ਵੀ ਉਹ 255 ਈਵੀ ਦੇ ਵਿੱਚ ਮਾਡਲ ਵਿਲੇਜ ਜਿਹੜਾ ਉਹ ਤੁਸੀਂ ਉੱਥੇ ਆਣ ਕੇ ਉਹ ਸੈਟਲ ਹੋਏ ਸੀ। ਤੇ ਤਕਰੀਬਨ ਇਲਾਕੇ ਦੇ ਲੋਕ ਉਹਨਾਂ ਕੋਲੋਂ ਪੜ੍ਹੇ ਨੇ। ਅੱਛਾ, ਹਾਂਜੀ। ਪਿੱਛੇ ਜੇ ਉਹ ਮਾਸਟਰ ਫਿਰੋਜ਼ਦੀਨ ਦੇ ਬੇਟੇ ਸੀ, ਮਾਸਟਰ ਰਫੀਕ ਸਾਹਿਬ ਸਨ, ਉਹ ਉਹਨਾਂ ਦੇ ਬੇਟੇ ਸੀ। ਉਹਨਾਂ ਦਾ ਇੰਤਕਾਲ ਹੋਇਆ ਤੇ ਬੜਾ ਜਨਾਜ਼ਾ ਵੀ ਬੜਾ ਵੱਡਾ ਸੀ। ਤੇ ਉਹ ਹਾਂਜੀ, ਉਸ ਤੋਂ ਬਾਅਦ ਜੀ ਖਾਸ ਤੌਰ ਤੇ ਜਿਹੜੀ ਸੀ ਨਾ ਮੌਸਮੀ ਲਿਹਾਜ਼ ਨਾਲ ਉਹ ਬਹੁਤ ਅੱਛੀ ਜਗ੍ਹਾ ਸੀ। ਇੱਕ ਤੇ ਮਾੜਾ ਜਿਹਾ ਬੱਦਲ ਨਜ਼ਰ ਆਇਆ ਤੇ ਫਿਰ ਬਾਰਿਸ਼ ਆ ਗਈ। ਅੱਛਾ, ਉਸ ਤੋਂ ਇਲਾਵਾ ਪਹਾੜ ਹੋਣ ਦੀ ਵਜ੍ਹਾ ਨਾਲ ਉੱਥੇ ਕਮ ਅਜ਼ ਕਮ ਪਿੰਡੋਂ ਨਜ਼ਰ ਆਉਂਦੀ ਹੁੰਦੀ ਸੀ ਕਿ ਉਹਨੂੰ ਧੌਲੀ ਧਾਰ ਸੱਦੇ ਸੀ। ਹਾਂਜੀ, ਧੌਲੀ ਧਾਰ ਤੇ ਪਹਾੜ, ਉਹ ਹਿਮਾਲਿਆ ਦਾ ਕੋ ਸ਼ਿਵਾਲਕ ਜਿਹੜਾ ਸੀ ਨਾ, ਮੇਰੇ ਖਿਆਲ ਉਹ ਬ੍ਰਾਂਚ ਸੀ, ਉਹ ਹਿਮਾਲਿਆ ਦਾ ਹਿੱਸਾ ਸੀ। ਉੱਥੋਂ ਨਜ਼ਰ ਆਉਂਦੀ ਸੀ ਸਾਡੇ ਪਿੰਡੋਂ ਉਹ ਚਿੱਟੇ ਪਹਾੜ ਜਿਹੜੇ ਆ, ਉਹ ਬਰਫ਼ ਜਿਹੜੀ। ਤੇ ਉੱਥੇ ਫਿਰ ਲਾਜ਼ਮੀ ਤੁਹਾਡੀ ਗੱਲ ਨੂੰ ਵੱਡਾ ਕਰ ਰਿਹਾ ਕਿ ਉਹ ਜਿਹੜੇ ਧੌਲੀ ਧਾਰ ਜਾਂ ਧੌਲਾ ਧਾਰ ਦੇ ਪਹਾੜ ਸੀ, ਉਹ ਪਿਛਲੇ 20 ਸਾਲ ਤੋਂ ਲੋਕਾਂ ਨੇ ਦੇਖੇ ਨਹੀਂ ਸੀ, 25 ਸਾਲ ਤੋਂ। ਤੇ ਉਹ ਹੁਣ ਜਦੋਂ ਕਰੋਨਾ ਦੀ ਵਜ੍ਹਾ ਤੋਂ ਲਾਕਡਾਊਨ ਹੋਇਆ ਔਰ ਜਦੋਂ ਵਾਤਾਵਰਨ ਕੋਈ ਮੌਸਮ ਔਰ ਪੋਲੂਸ਼ਨ ਘਟੀ, ਤਾਂ ਹੁਸ਼ਿਆਰਪੁਰ ਦੇ ਲੋਕਾਂ ਨੇ ਫਿਰ ਦੁਬਾਰਾ ਤੋਂ ਉਹਨਾਂ ਪਹਾੜਾਂ ਦਾ ਨਜ਼ਾਰਾ ਕੀਤਾ ਪਿਛਲੇ ਸਾਲ ਆ ਕੇ। ਜੀ, ਤੇ ਤੁਹਾਡੇ ਪਿੰਡ ਦਾ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਫਰੂਟ ਸੀ, ਜੰਗਲ ਸੀ, ਪਹਾੜ, ਉਹਦੇ ਬਾਰੇ 'ਚ ਕੋਈ ਗੱਲ ਕਰੋ। ਜੰਗਲ ਜਿਹੜਾ ਇੱਕ ਤੇ ਜੰਗਲ ਸੀ, ਉੱਥੇ ਮਾਲ ਮਵੇਸ਼ੀ ਲੋਕਾਂ ਕੋਲ ਬਹੁਤ ਜ਼ਿਆਦਾ ਸੀ, ਉਹਦੇ 'ਚ ਉਹ ਚਾਰਦੇ ਸਨ। ਜੀ, ਚਰਾਉਣ ਵਾਸਤੇ ਚਰਾਂਦ ਸੀ। ਦੂਸਰਾ ਪਹਾੜ ਜਿਹੜਾ ਹੈ, ਪਹਾੜ ਦੇ ਵਿੱਚ ਦਰਖਤ ਬੇਬਹਾ ਸੀ, ਪੌਦਾ ਬੇਬਹਾ ਸੀ। ਫਰੂਟ ਦੇ ਵਿੱਚ ਤੁਸੀਂ ਇੰਝ ਰੱਖ ਲਓ, ਬੇਰ, ਗਰੂਨਾ, ਉਸ ਤੋਂ ਬਾਅਦ ਹੋਰ ਮਤਲਬ ਔਲਾ, ਬਹੇੜਾ, ਇਸੇ ਤਰ੍ਹਾਂ ਦੀ ਹੋਰ ਜਿੰਨੀਆਂ ਵੀ ਸੀ ਤਕਰੀਬਨ ਉੱਥੇ ਸਨ। ਉਸ ਤੋਂ ਬਾਅਦ ਪਹਾੜ ਦੇ ਵਿੱਚ ਚਸ਼ਮੇ ਸਨ। ਚਸ਼ਮੇ, ਪਾਣੀ ਆਉਂਦਾ ਸੀ। ਪਾਣੀ ਜਿਹੜਾ ਉਹ ਪਾਣੀ ਸੁਬਾਹ ਪੌ ਫੁੱਟਦੀ ਤਾਂ ਪਾਣੀ ਚੱਲ ਪੈਂਦਾ ਸੀ। ਜਦੋਂ ਸੂਰਜ ਨਿਕਲਣਾ ਪਾਣੀ ਚੱਲ, ਜਦੋਂ ਸੂਰਜ ਛੁਪ ਗਿਆ ਉਸ ਵਕਤ ਪਾਣੀ ਜਿਹੜਾ ਉਹ ਬੰਦ ਹੋ ਜਾਣਾ। ਠੀਕ ਹੈ, ਇੱਕ ਨੈਚੁਰਲ ਪ੍ਰੋਸੈਸ ਹੈਗਾ ਸੀ। ਉਹ ਲੋਕ ਪੀਂਦੇ ਸੀ। ਉਹ ਮੇਰਾ ਖਿਆਲ ਮਿਨਰਲ ਵਾਟਰਾਂ ਨਾਲੋਂ ਵੀ ਸਾਨੂੰ ਮਿਨਰਲ ਵਾਟਰ ਬੋਤਲ 'ਚ ਪਾ ਕੇ, ਬਿਲਕੁਲ ਉਹਦੇ ਨਾਲੋਂ ਬਹੁਤ ਅਬਵ ਸੀ ਉਹ। ਇਸ ਲਈ ਜਿੰਨੇ ਵੀ ਬੰਦੇ ਉਧਰੋਂ ਆਏ, ਉਹ ਆ ਕੇ ਇਹਨਾਂ ਨੇ ਇੱਥੇ ਕਿਹਾ ਕਿ ਇੱਥੋਂ ਦਾ ਦੇਸੀ ਘਿਓ ਤੇ ਉੱਥੋਂ ਦਾ ਪਾਣੀ ਇੱਕ ਬਰਾਬਰ ਸੀ। ਉੱਥੇ ਜਾਨਵਰ ਰਹੇ ਸੀ, ਮੁਰਗੀਆਂ। ਮਜ਼ੇਦਾਰੀ ਇਹ ਗੱਲ ਹੈ ਵੀ ਉੱਥੇ ਦੀਆਂ ਮੁਰਗੀਆਂ ਜਿਹੜੀਆਂ ਉਹ ਉਡਾਨ ਭਰਦੀਆਂ ਸੀ। ਮੁਰਗੀਆਂ ਜੰਗਲੀ ਉਹ, ਬਲਕਿ ਮੇਰਾ ਖਿਆਲ ਜੇ ਇਹਨੂੰ ਕੋਈ ਮਜ਼ਦੂਰੀ ਨਹੀਂ ਸੀ ਨਾ ਲੱਭਦੀ, ਉਹ ਪਹਾੜ ਨੂੰ ਜਾ ਵੜਦਾ ਸੀ ਆਂਡੇ ਲੱਭਣ ਵਾਸਤੇ। ਅੱਛਾ, ਉਹ ਆਂਡਿਆਂ ਦੀ ਝੋਲੀ ਭਰ ਲਿਆਉਂਦਾ ਸੀ। ਹਾਂਜੀ। ਦੂਸਰੀ ਚੀਜ਼ ਇਹ ਸੀ ਵੀ ਉੱਥੇ ਇੱਕ ਮਖਸੂਸ ਕਿਸਮ ਦਾ
ਘਾਹ ਹੈਗਾ ਸੀ, ਅੱਛਾ। ਉਹ ਘਾਸ ਹੈਗਾ ਸੀ, ਉਹ ਹਾਂ। ਮਖਸੂਸ ਕਿਸਮ ਦਾ। ਹੂੰ। ਉਹਨੂੰ ਬਗੜ ਸਾਦੇ ਸੀ, ਬਗੜ। ਅੱਛਾ। ਉਹ ਬਗੜ ਸਭ ਤੋਂ ਅੱਛਾ ਕਾਗਜ਼ ਜਿਹੜਾ ਹੈ ਨਾ, ਹੂੰ। ਉਹ ਬਗੜ ਦਾ ਬਣਦਾ। ਅੱਛਾ। ਹਾਂਜੀ। ਵਾਹ। ਉਹ ਇੱਕ ਤਾਂ ਉਹਨੂੰ ਮਾਲ ਮਵੇਸ਼ੀ ਬਹੁਤ ਖਾਂਦੇ ਸੀ, ਹੂੰ। ਦੂਸਰਾ ਉਹ ਫਿਰ ਜਿਸ ਉਹਨੂੰ ਪਕਾ ਕੇ ਤੇ ਵੱਢ ਕੇ ਤਾਂ ਉਹਨੂੰ ਵੇਚ ਲੈਂਦੇ ਸੀ ਲੋਕ। ਅੱਛਾ। ਬਾਕਾਇਦਾ ਉੱਥੇ ਤਰੱਕੜ ਲੱਗੇ ਹੋਏ ਹੁੰਦੇ ਸੀ, ਹੂੰ। ਉੱਥੇ ਉਹ ਵਿਕਦਾ ਸੀ ਤੇ ਉਹ ਆਪਣੇ ਅਖਰਾਜਾਤ ਜਿਹੜੇ ਲੋਕ ਪੂਰੇ ਕਰਦੇ ਸੀ, ਪੂਰੇ ਘਾਹ ਕਰਦੇ ਸੀ। ਵੇਚਣ ਜਾਂਦੇ ਸੀ, ਫੰਡਾ ਹਾਂਜੀ ਬੰਨ ਕੇ ਜੀ, ਪੰਡਾ ਲੋਕ ਬੰਨ। ਸ਼ਹਿਰ ਵੱਲ ਘਾਹ ਵੇਚਣ ਹਾਂਜੀ, ਜਾਂਦੇ ਸੀ। ਬਹੁਤ ਅਲੱਗ ਘਾਹ ਸੀ ਉਹ, ਔਰ ਹਰ ਘਰ ਦੀ ਮਲਕੀਅਤ ਸੀ ਉਹ। ਹੂੰ। ਅੱਛਾ। ਜਿਵੇਂ ਬਾਕੀ ਮਲਕੀਅਤ ਸੀ ਨਾ, ਹੂੰ। ਉਹ ਪਹਾੜ ਵੀ ਵੰਡਿਆ ਸੀ ਸ਼ਾਮਲਾ ਤੇ ਦੇ ਅੱਛਾ। ਦੇ ਤਹਿਤ, ਉਹ ਉਸੇ ਤਰ੍ਹਾਂ ਵੰਡਿਆ ਸੀ। ਆ ਤੁਹਾਡਾ ਪਹਾੜ ਹੈ, ਸਾਡਾ ਪਹਾੜ ਹੈ, ਅਗਲਾ ਪਹਾੜ ਹੈ। ਹੂੰ। ਉਸ ਤੋਂ ਬਾਅਦ ਜੀ ਉੱਥੇ ਜਾਨਵਰ ਜਿਹੜੇ ਹੈ, ਹੂੰ। ਬਾਘ ਜਾਨਵਰ, ਬਾਘ ਬਹੁਤ ਉੱਥੇ ਸੀ, ਬਾਘ ਜਿਹਨੂੰ ਚੀਤਾ ਕਹਿ ਸਕਦੇ, ਜਿਹਨੂੰ ਚੀਤਾ ਕਹਿ ਸਕਦੇ ਹੋ, ਚੀਤਾ ਕਹਿ ਸਕਦੇ ਆ। ਅਲਬત્ਤਾ ਬਾਘ ਵੀ ਇੱਕ ਟਾਈਗਰ ਦੀ ਨਸਲ ਹੈ, ਟਾਈਗਰ ਦੀ ਨਸਲ। ਟਾਈਗਰ ਦੀ ਨਸਲ ਹੈ। ਜੀ ਜੀ। ਚੀਤਾ ਵੀ ਸੀ। ਹੂੰ। ਉਸ ਤੋਂ ਬਾਅਦ ਇਹ ਭੇੜੀਆ ਵੀ ਸੀ। ਹੂੰ। ਉਹ ਤੋਂ ਬਾਅਦ ਬੰਦਰ ਬਹੁਤ ਸੀ। ਹਾਂ, ਬਾਂਦਰ ਜਿਹੜੇ ਆ ਉਹ ਬਹੁਤ ਆਪਾਂ ਗੱਲ ਕੈਰੀ ਕਰਦੇ ਹਾਂ ਕਿ ਜਦੋਂ ਪਿਛਲੇ ਦਿਨਾਂ 'ਚ ਲਾਕਡਾਊਨ ਲੱਗ ਗਿਆ, ਹਾਂਜੀ, ਤੇ ਹੁਣ ਚੂੰਕਿ ਲੋਕ ਉਨੇ ਰੋਡ ਤੇ ਸਫ਼ਰ ਕਰਦੇ ਸੀ, ਔਰ ਫਿਰ ਜਿਹੜੇ ਬਾਂਦਰਾਂ ਨੂੰ ਚੀਜ਼ਾਂ ਪਾਉਂਦੇ ਸੀ। ਹੁਣ ਚੂੰਕਿ ਲੋਕਾਂ ਨੇ ਸਫ਼ਰ ਕਰਨਾ ਬੰਦ ਕਰ ਦਿੱਤਾ, ਤਾਂ ਉਹ ਇਸ ਕਰਕੇ ਕੁਝ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਹ ਜਿਹੜੇ ਬਾਂਦਰ ਨੇ ਉਹਨਾਂ ਰੋਡ ਦੇ ਉੱਤੇ ਉਹ ਕਿਤੇ ਮਰ ਨਾ ਜਾਣ। ਤੇ ਬਜਵਾੜੇ ਦੇ ਸਾਡੇ ਦੋਸਤ ਨੇ ਉਹਨਾਂ ਦੀ ਇੱਕ ਸੰਸਥਾ ਬਣਾਈ ਹੋਈ, ਇੱਕ NGO ਉਹਨਾਂ ਨੇ ਬਣਾਈ ਹੋਈ, ਉਹਦਾ ਨਾਮ ਹੈ ਕਿ ਇਹ ਜਨਮ ਤੁਮਹਾਰੇ ਲੇਖੇ। ਉਹਨਾਂ ਨੇ ਬਕਾਇਦਾ ਬੰਦਰਾਂ ਨੂੰ ਵੀ ਜਾ ਕੇ ਰਾਸ਼ਨ ਪਾਇਆ, ਯਾਨੀ ਕਿ ਰੋਟੀਆਂ ਲੈ ਕੇ ਪਾਉਂਦੇ ਸੀ, ਉਹਨਾਂ ਨੇ ਬਾਂਦਰਾਂ ਨੂੰ ਵੀ ਪਾਇਆ। ਇਹ ਵੀ ਗੱਲ ਹੈ। ਹਾਂਜੀ, ਅੱਛਾ, ਬਾਂਦਰ ਬਹੁਤ ਸੀ ਜੀ, ਬਾਂਦਰ ਬਹੁਤ ਸੀ। ਉਹ ਲੋਕ ਕੋਈ ਇੰਨਾ ਨੁਕਸਾਨ ਨਹੀਂ ਸੀ ਉਹ ਕਰਦੇ, ਲੇਕਿਨ ਆਪਣਾ ਰੂਟੀਨ ਦਾ ਤਾਂ ਫਿਰ ਲੋਕ ਉਹਨੂੰ ਪਾਉਂਦੇ ਸੀ, ਉਹਨਾਂ ਨੂੰ ਖੁਰਾਕ ਪਾਉਂਦੇ ਸੀ। ਬਲਕਿ ਪਾਈਪ ਲਾ ਕੇ ਪਿੱਛੋਂ ਨਾ ਗੌਰਮੈਂਟ ਨੇ ਪਾਈਪ ਲਾ ਕੇ ਤੇ ਚੱਕ ਸਾਧੂ, ਉਹ ਇੱਕ ਉਹਨੂੰ ਚੋ ਸਾਦੇ ਸੀ, ਚੋ ਯਾਨੀ ਨਹਿਰ ਟਾਈਪ, ਉੱਥੇ ਇੱਕ ਬਣਾ ਕੇ ਨਾ ਚੁਰਖੜੀ, ਤੇ ਮਤਲਬ ਉਹ ਕਾਫੀ ਸੀਮੈਂਟਡ ਉਹਨੂੰ ਕਰਕੇ, ਤੇ ਉੱਥੇ ਪਾਣੀ ਉਹ ਆਉਂਦਾ ਸੀ। ਫਿਰ ਉਹ ਸੁਬਾਹ ਨੂੰ ਪਾਣੀ ਚੱਲ ਪੈਣਾ ਤੇ ਸ਼ਾਮ ਨੂੰ ਜਾ ਕੇ ਬੰਦ ਹੋ ਜਾਣਾ। ਤੇ ਉੱਥੇ ਅਕਸਰੋ ਬੇਸ਼ਤਰ ਬੰਦੇ ਵੀ ਆਪਣੇ ਨਹਾਉਣ ਧੋਣ ਵਾਸਤੇ ਵੀ, ਮੇਰਾ ਮਤਲਬ ਉਹ ਆਪਣਾ ਪਾਣੀ ਪੀਣ ਵਾਸਤੇ ਵੀ ਜਾਂਦੇ ਸੀ। ਉੱਥੇ ਕੁਛ ਇਸ ਕਿਸਮ ਦੇ ਵਾਕਿਆ ਵੀ ਹੋ ਜਾਂਦੇ ਵੀ ਜਾਨਵਰ ਵੀ ਆ ਜਾਂਦੇ ਸੀ ਪੀਣ। ਇੱਕ ਦਫਾ ਦਾ ਵਾਕਿਆ ਹੈ ਵੀ ਸਾਨੂੰ ਪਤਾ ਲੱਗਾ ਵੀ ਕੋਈ ਬੰਦਾ ਗਿਆ ਨਹਾਉਣ ਵਾਸਤੇ ਨਮਾਜ਼ ਵੇਲੇ, ਸੁਬਾਹ ਦੇ ਟਾਈਮ ਅਰਲੀ ਮਾਰਨਿੰਗ, ਉੱਥੇ ਗਿਆ, ਉਹਨੇ ਪਾਣੀ ਪੀਤਾ, ਨਹਾਤਾ, ਨਮਾਜ਼ ਵਾਸਤੇ ਤਿਆਰੀ ਕਰਦਾ ਸੀ। ਉੱਥੇ ਇੱਕ ਜਾਨਵਰ ਆ ਗਿਆ, ਉਹ ਤਰਖ ਸਾਦੇ ਸੀ ਉੱਥੇ, ਚਰਖ ਸਾਦੇ ਜਾਂ ਤਰਖ ਵੀ ਸਾਦੇ ਨੇ। ਉਹ ਤਰਖ ਆ ਗਿਆ, ਉਹ ਤਾਂ ਪੈ ਗਿਆ ਉਹਨੂੰ। ਉਹਨੇ ਜਨਾਬ ਡਰਿਆ ਨਹੀਂ, ਦੌੜਿਆ ਨਹੀਂ, ਉਹਨੇ ਮੂੰਹ ਵਾਕਿਆ ਨਾ ਜਿਸ ਵਕਤ, ਉਹਨੇ ਕੁਛ ਸੁਣ ਦੇ ਦਿੱਤਾ। ਅੱਛਾ। ਉਹ ਜਿਵੇਂ ਮੂੰਹ ਟੱਟਦਾ ਗਿਆ, ਉਹ ਗਾਂਹ ਕਰਦਾ ਗਿਆ। ਅਖੀਰ ਉਹ ਤਾਂ ਖੜਾ ਕੰਬਣ ਡਿਆ ਪਿਆ। ਅਖੀਰ ਉਹ ਡਿੱਗ ਪਿਆ, ਉਹ ਵੀ ਡਿੱਗ ਪਿਆ, ਉਹ ਵੀ ਡਿੱਗ ਪਿਆ। ਯਾਨੀ ਕਿ ਕਿੰਨੇ ਬਾਹਿੰਮਤ ਲੋਕ ਸੀ, ਬਾਹਿੰਮਤ ਲੋਕ, ਉਹ ਡਰੇ ਨਹੀਂ, ਬਲਕਿ ਉਹ ਜਿਹੜਾ ਨਾ, ਉਹ ਦੋਨੋਂ ਗਿਰ ਗਏ। ਦਿਨ ਦੀ ਰੋਸ਼ਨੀ ਜਦੋਂ ਹੋਈ, ਆਮ ਲੋਕ ਆਏ, ਉਹਨਾਂ ਨੇ ਫਿਰ ਉਹ ਜਾਨਵਰ ਨੂੰ ਮਾਰਿਆ ਤੇ ਫਿਰ ਉਹਨੇ ਹੱਥ ਕੱਢਿਆ, ਵਰਨਾ ਉਹਨੇ ਹੱਥ ਨਹੀਂ ਕੱਢਿਆ। ਇਹ ਵੀ ਉਹਨੇ ਇੱਕ ਆਪਣੇ ਬਚਾਓ ਵਾਸਤੇ ਇਹ ਵਰਤਿਆ। ਦੂਸਰੀ ਚੀਜ਼ ਇਹ ਜੀ ਕਿ ਇੰਤਹਾਈ ਸਾਦਾ ਲੋਕ ਸਨ। ਮੈਂ ਨਹੀਂ ਸਮਝਦਾ ਕਿ ਕੋਈ ਸੋਸ਼ਲ, ਕੋਈ ਐਸੀ, ਅਗਰ ਕੋਈ ਸੋਸ਼ਲ ਈਵਲ ਕੋਈ ਨਹੀਂ ਸੀ। ਬਲਕਿ ਮੇਰੀ ਗੱਲ ਸੁਣੋ ਨਾ, ਨੌਜਵਾਨ ਲੜਕੀਆਂ ਤੇ ਨੌਜਵਾਨ ਲੜਕੇ ਜਿਹੜੇ ਨੇ ਉਹ ਇਕੱਠੇ ਕੰਮ ਕਰਦੇ ਸੀ, ਕੋਈ ਤਮੀਜ਼ ਹੀ ਨਹੀਂ ਸੀ। ਬਲਕਿ ਇੱਕ ਦਫਾ ਦਾ ਸਾਨੂੰ ਵਾਕਿਆ ਦੱਸਿਆ ਵੀ ਇੱਕ ਬੰਦੇ ਨੇ ਮਜ਼ਾਕ ਕੀਤਾ ਸੀ ਕਿਸੇ ਲੜਕੀ ਨੂੰ, ਸਿਰਫ ਮਜ਼ਾਕ। ਉਹਨੂੰ ਪੰਚਾਇਤ ਹੋਈ, ਪੰਚਾਇਤ ਨੇ ਫੈਸਲਾ ਦਿੱਤਾ ਵੀ ਤੂੰ ਜਿਹੜਾ ਹੈ ਨਾ, ਤੂੰ ਆਪਣੇ ਘਰ ਨਹੀਂ ਵੜ ਸਕਦਾ ਸਾਰੀ ਉਮਰ।
ਅੱਛਾ। ਉਹ ਕਿਤੇ ਰਾਤ ਨੂੰ ਤੇ ਚਲੇ ਗਿਆ ਹੋਏਗਾ ਘਰ ਕਿਸੇ ਕੋਈ, ਲੇਕਿਨ ਉਹਨੂੰ ਅੱਛਾ ਦੇਸ਼ ਨਿਕਾਲਾ ਦੇ ਦੇਸ਼ ਦਿੱਤਾ। ਨਿਕਾਲਾ ਦੇਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਉਹਨੂੰ ਦੇ ਦਿੱਤਾ ਸੀ। ਉਸ ਤੋਂ ਬਾਅਦ ਜੀ ਜਿਸ ਵਕਤ ਇਹ ਪਾਕਿਸਤਾਨ ਬਣਿਆ, ਪਾਕਿਸਤਾਨ ਦੀ ਹੁਣ ਆਵਾਜ਼ ਤਾਂ ਚਾਰ ਚੁਫੇਰੇ ਹੋ ਗਈ ਸੀ, ਪਹਿਲਾਂ ਵੀ ਪਾਕਿਸਤਾਨ ਬਣ ਗਿਆ, ਫਿਰ 14 ਅਗਸਤ ਆ ਗਈ, ਉਹਦੇ ਤੇ ਮਨਜ਼ੂਰ ਵੀ ਹੋ ਗਿਆ। ਉਸ ਤੋਂ ਬਾਅਦ ਇਹ ਵੀ ਪਤਾ ਲੱਗਾ ਪਹਿਲਾਂ ਵੀ ਇਹ ਅਸੀਂ ਲੋਕ ਜਿਹੜੇ ਹੈ ਕਰੀਬੀ ਜ਼ਿਲ੍ਹੇ ਇਹ ਪਾਕਿਸਤਾਨ ਦਾ ਹਿੱਸਾ ਹੈ। ਲੋਕ ਜ਼ਹਿਨੀ ਤੌਰ ਤੇ ਆਪਣੇ ਉਹਨਾਂ ਦਾ ਇਹ ਸੀ ਵੀ ਨਹੀਂ ਸਾਨੂੰ ਉੱਠਣਾ ਨਹੀਂ ਪੈਣਾ, ਯਾਨੀ ਕਿ ਹੁਸ਼ਿਆਰਪੁਰ ਵੀ ਪਾਕਿਸਤਾਨ ਜਿਹੜਾ ਬਣੇਗਾ ਇਹ ਉਹਦਾ ਹਿੱਸਾ ਹੋਏਗਾ। ਠੀਕ ਹੈ, ਇਸ ਕਰਕੇ ਲੋਕ ਉੱਠੇ ਨਹੀਂ ਸੀ। ਉੱਠੇ ਨਹੀਂ ਸੀ, ਲੇਕਿਨ ਉਹ ਤੋਂ ਬਾਅਦ ਫਿਰ ਉੱਠਣਾ ਪਿਆ। ਉਹਨਾਂ ਕਿਹਾ ਨਹੀਂ ਜੀ ਉਹ ਕੋਈ ਅੰਗਰੇਜ਼ ਨੇ ਸ਼ਰਾਰਤ ਕੀਤੀ ਜਾਂ ਜੋ ਕੁਛ ਵੀ ਜ਼ਿਆਦਤੀ ਜਿਵੇਂ ਹੋਈ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਲਮਹੇ ਤੋਂ ਬਾਅਦ ਜੋ ਕੁਛ ਹੋਇਆ ਨਾ, ਉਹ ਇੱਕ ਬਹੁਤ ਬੜੀ ਸਾਜ਼ਿਸ਼ ਸੀ ਇਸ ਬਰੇ ਸਗੀਰ ਤੇ ਵੀ, ਪਾਕਿਸਤਾਨ ਦੇ ਖਿਲਾਫ ਵੀ, ਮੁਸਲਮਾਨਾਂ ਦੇ ਖਿਲਾਫ ਵੀ। ਮੈਂ ਤਾਂ ਇੱਥੇ ਤੱਕ ਕਹਿੰਦਾ ਕਿ ਈਵਨ ਇਸ ਬਰੇ ਸਗੀਰ ਦੇ ਵਾਸੀਆਂ ਦੇ ਖਿਲਾਫ ਸੀ। ਬਿਲਕੁਲ। ਦੇਖੋ ਜੀ, ਉਹਦੇ ਵਿੱਚ ਨਾ ਹਿੰਦੂਆਂ ਦੀ, ਨਾ ਸਿੱਖਾਂ ਦੀ, ਨਾ ਮੁਸਲਮਾਨਾਂ ਦੀ। ਉਸ ਰੌਲੇ ਦੇ ਵਿੱਚ ਆ ਕੇ ਇਹਨਾਂ ਦੇ ਦਿਮਾਗ ਜ਼ਰੂਰ ਖਰਾਬ ਹੋਏ ਔਰ ਇਹਨਾਂ ਨੇ ਇੱਕ ਦੂਸਰੇ ਦੀ ਕੱਟ ਵੱਢ ਜ਼ਰੂਰ ਕੀਤੀ, ਬਹੁਤ ਕੀਤੀ ਜੀ, ਬਹੁਤ। ਲੇਕਿਨ ਇਹ ਤਾਂ ਸਦੀਆਂ ਤੋਂ ਇਕੱਠੇ ਰਹਿ ਰਹੇ, ਲਖੂਖ ਨਹੀਂ ਜੀ, ਐਸੀਆਂ ਮਿਸਾਲਾਂ ਮੌਜੂਦ ਨੇ। ਲੇਕਿਨ ਇਹਦੇ ਬਾਵਜੂਦ ਵੀ ਜਿਨ੍ਹਾਂ ਲੋਕਾਂ ਦਾ ਆਪਸ ਵਿੱਚ ਹੀ ਸੀ ਉਹ ਬਾਰਡਰ ਤੇ ਛੱਡ ਕੇ ਗਏ। ਬਿਲਕੁਲ, ਬਾਰਡਰ ਤੇ ਛੱਡ ਕੇ ਗਏ, ਬਲਕਿ ਕਈਆਂ ਨੂੰ ਉਹਨਾਂ ਨੇ ਰੋਕਣੇ ਦੀ ਕੋਸ਼ਿਸ਼ ਕੀਤੀ। ਉਹ ਇਸੇ ਤਰੀਕੇ ਨਾਲ ਹੀ ਸਾਡੇ ਇਰਦ ਗਿਰਦ ਸਾਡੇ ਇੱਕ ਲੜਕਾ ਸੀ ਚੱਕ ਸਾਧੂ ਦਾ, ਜ਼ੈਲਦਾਰ ਦਾ ਪੁੱਤਰ ਸੀ ਉਹ। ਅੱਛਾ, ਇਹ ਜ਼ੈਲਦਾਰ ਸਾਹਿਬ, ਤੁਸੀਂ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਦੱਸੋ ਜਿਹੜੇ। ਮੈਂ ਉਹ ਆਲੇ ਦੁਆਲੇ, ਮੈਂ ਤੁਹਾਨੂੰ ਡੱਲੇਵਾਲ ਦੱਸਿਆ, ਪੇੜੂ ਦੱਸਿਆ, ਉਸ ਤੋਂ ਬਾਅਦ ਬਿਸ਼ੋਈ ਦੱਸਿਆ, ਉਸ ਤੋਂ ਬਾਅਦ ਨਾਰੂਨੰਗਲ, ਉਸ ਤੋਂ ਬਾਅਦ ਕੋਟਲਾ ਅਬਦੁਲ ਖਾਲਕ, ਉਸ ਤੋਂ ਬਾਅਦ ਬਹਾਦਰਪੁਰ, ਮਹਿਲਾਂ ਵਾਲੀ। ਬਹਾਦਰਪੁਰ ਜਿਹੜਾ ਪੀਰਾਂ ਵਾਲਾ ਪਿੰਡ ਸੀ, ਬਹਾਦਰਪੁਰ ਬਾਈਆਂ। ਬਹਾਦਰਪੁਰ ਬਾਈਆਂ, ਠੀਕ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸ਼ਾਹ ਨੂਰ ਜਮਾਲ, ਸਾਰਾ ਹੀ ਇਲਾਕਾ ਫਿਰ ਮਤਲਬ ਉਹ ਸਾਰੇ ਪਿੰਡ ਜਿਹੜੇ। ਹੁਣ ਤੁਸੀਂ ਉਹ ਚੱਕ ਸਾਧੂ ਦੀ ਗੱਲ ਕਰਨ ਲੱਗੇ ਸੀ। ਹਾਂ, ਚੱਕ ਸਾਧੂ ਦੀ ਅਸੀਂ ਗੱਲ ਕਰਦੇ ਸੀ ਕਿ ਉੱਥੇ ਜ਼ੈਲਦਾਰ ਸਨ ਜੀ ਆਪਣੇ, ਉਹਨਾਂ ਦਾ ਬੇਟਾ ਸੀ ਇਹ ਕੈਪਟਨ ਰਿਆਜ਼, ਇਹ ਆਰਮੀ ਸੀ। ਇਹ ਆਇਆ ਜਿਸ ਵਕਤ ਰੌਲੇ ਪੈ ਗਏ ਨਾ, ਤੇ ਇਹ ਆ ਗਿਆ, ਆ ਕੇ ਉਹਨੇ ਇੱਕ ਫਾਰਮੇਸ਼ਨ ਬਣਾਈ, ਇੱਕ ਜਿਸ ਤਰ੍ਹਾਂ ਪਲਾਟੂਨ ਤਿਆਰ ਕਰੀ ਦੀ ਹੈ ਨਾ, ਉਹ ਬੰਦੇ ਜਿਹੜੇ ਆ ਉਹ ਕੋਈ ਮਸਲਾ ਨਹੀਂ ਸਨ, ਉਹ ਸਿਰਫ ਇਹ ਹੈ ਵੀ ਉਹਨਾਂ ਸੈਲਫ ਡਿਫੈਂਸ ਵਾਸਤੇ ਉਹਨਾਂ ਕੋਲ ਹੈ ਸੀ। ਲੇਕਿਨ ਜਿੱਥੇ ਕਿਤੇ ਹਮਲਾ ਹੁੰਦਾ ਸੀ, ਜਿੱਥੇ ਕਿਤੇ ਬਲਵਾ ਹੁੰਦਾ ਸੀ, ਜਿੱਥੇ ਕਿਤੇ ਅੱਗ ਲੱਗਦੀ ਸੀ, ਇਹ ਬੰਦੇ ਦੌੜ ਕੇ ਪਹੁੰਚਦੇ ਸੀ ਉੱਥੇ। ਉਹਦੀ ਵਜ੍ਹਾ ਨਾਲ ਇਰਦ ਗਿਰਦ ਦੇ ਬਹੁਤ ਸਾਰੇ ਪਿੰਡ ਜਿਹੜੇ ਉਹ ਸਾਡੇ ਪਿੰਡ 'ਚ ਆ ਗਏ ਸੀ, ਕਿਉਂਕਿ ਮੁਸਲਿਮ ਅਕਸਰੀਅਤ ਦਾ ਪਿੰਡ ਸੀ। ਮੁਸਲਿਮ ਅਕਸਰੀਅਤ ਦਾ ਪਿੰਡ ਸੀ ਉਹ ਜਨਾਬ। ਬੰਦੇ ਦਾ ਤਸਵਰੇ ਰੱਖਦੇ ਸੀ ਜੀ ਜੀ। ਲੇਕਿਨ ਜਿਸ ਵਕਤ ਉਹਨਾਂ ਨੇ ਕਿਹਾ ਵੀ ਉੱਠੋ ਜੀ ਚਲੀਏ, ਲੋਕਾਂ ਨੇ, ਮੈਂ ਅਰਜ਼ ਕੀਤੀ ਵੀ ਉਹ ਲੋਕਾਂ ਨੂੰ ਇੰਨਾ ਕਿ ਯਕੀਨ ਸੀ ਵੀ ਇਹ ਕਿਵੇਂ ਮੁਮਕਿਨ ਹੋ ਸਕਦਾ ਵੀ ਆਪਣੀ ਬਾਪ ਦਾਦੇ ਦੀ ਕਬਰਾਂ ਵੀ ਛੱਡੀਏ, ਆਪਣੇ ਘਰ ਵੀ ਛੱਡੀਏ, ਸਾਰੀਆਂ ਜਾਇਦਾਦਾਂ ਛੱਡ ਕੇ ਤੇ ਕੋਲ ਕੁਛ ਵੀ ਨਹੀਂ ਲਿਜਾਣਾ, ਇਹ ਕਿਵੇਂ ਮੁਮਕਿਨ ਹੋ ਸਕਦਾ ਜੀ ਜੀ। ਲੇਕਿਨ ਅਚਾਨਕ ਉਹਨਾਂ ਨੇ ਕਿਹਾ ਨਹੀਂ ਜੀ ਤੂੰ ਸਭ ਨੂੰ ਜਾਣਾ ਪੈਣਾ ਹੈ ਜੀ ਜੀ, ਔਰ ਉੱਥੇ ਕਤਲੇਆਮ ਸ਼ੁਰੂ ਹੋ ਗਿਆ। ਤੇ ਇਸ ਹੱਦ ਤੱਕ ਵੀ ਕਿ ਬੰਦਿਆਂ ਕੋਲ ਉਸ ਵਕਤ ਗੱਡੀਆਂ ਤਾਂ ਹੈ ਨਹੀਂ ਸੀ, ਜ਼ਰਾਏ ਸੀ ਜਾਂ ਤਾਂ ਲੱਕੜੀ ਦੇ ਉਹ ਗੱਡੇ ਹੁੰਦੇ ਸੀ, ਜਾਂ ਕਿਸੇ ਕੋ ਖੋਤਾ ਖਚਰ ਹੋ ਗਿਆ ਉਹ, ਇਹ ਤੋਂ ਇਲਾਵਾ ਤਾਂ ਕੋਈ ਐਸੀ ਮੇਰਾ ਮਤਲਬ ਕੋਈ ਗੱਡੀਆਂ ਕੋਈ ਨਹੀਂ ਸੀ। ਲੋਕ ਪੈਦਲ ਉੱਠੇ, ਪੈਦਲ ਉੱਠ ਕੇ ਕਿਸੇ ਨੇ ਇੰਨੇ ਕੁ ਦਾਣੇ ਚੁੱਕੇ ਹੋਏ, ਕਿਸੇ ਨੇ ਕੋਈ ਦੋ ਕੱਪੜੇ ਚੁੱਕ ਲਏ ਹੋਣਗੇ, ਹੋਰ ਕੀ ਚੁੱਕਿਆ। ਬਲਕਿ ਐਸੀਆਂ ਮਸਾਲਾਂ ਕਿ ਜਿਹੜੇ ਬਜ਼ੁਰਗ ਟੁਰ ਨਹੀਂ ਸੀ ਸਕਦੇ, ਉਹਨਾਂ ਨੂੰ ਫਿਰ ਉੱਥੇ ਹੀ ਛੱਡ ਕੇ ਆਉਣਾ। ਹਾਂਜੀ, ਔਰ ਬਲਕਿ ਕੁਛ ਇੱਦਾਂ ਦੇ ਵਾਕਿਆਤ ਹੋਏ ਕਿ ਦੁੱਧ ਪੀਂਦੇ ਬੱਚੇ ਮਾਵਾਂ ਨੇ। ਬਿਲਕੁਲ ਨਹੀਂ ਜੀ, ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਆਪਣੀ ਇੱਕ ਖਾਲਾਜ਼ਾਦ ਹੈ ਸੀ, ਉਹ ਵੀ ਨਾਲ ਹੀ ਕਾਫਲੇ ਦੇ ਵਿਚਾਰੀ ਚੱਲ ਰਹੀ ਸੀ, ਬੱਚੇ ਸੀ ਉਹਦੇ ਕੋਲ ਦੋ, ਸਿਰ ਤੇ ਗਠਰੀਆਂ ਸੀ, ਬੱਚੇ ਦੋ ਸੀ। ਉਹਨੇ ਇਹ ਇੱਕ ਬੱਚਾ ਸੌਂ ਗਿਆ, ਉਹ ਇੱਕ ਨੂੰ ਸੰਭਾਲੇ ਤੇ ਦੂਸਰਾ ਗਿਰ ਜਾਏ, ਦੂਸਰੇ ਨੂੰ ਸੰਭਾਲੇ ਤਾਂ ਇੱਕ, ਲਿਹਾਜ਼ਾ ਉਹਨੇ
ਦਰਖਤ ਦੇ ਥੱਲੇ ਹੂੰ ਦੁਪੱਟਾ ਫਾੜਿਆ, ਹੂੰ ਫਾੜ ਕੇ ਜਿਹੜਾ ਸੁੱਤਾ ਹੈ ਸੀ ਉਹਨੂੰ ਅੱਲਾ ਦੀ ਸਪੁਰਦ ਕਰਕੇ। ਓਏ ਹੋਏ, ਦੇਖੋ ਕਿੰਨਾ ਔਖਾ ਹੁੰਦਾ ਕਿ ਦੁੱਧ ਪੀਂਦੇ ਬੱਚੇ ਨੂੰ, ਛੋਟੇ ਬੱਚੇ ਨੂੰ ਮਾਂ ਇੱਦਾਂ ਛੱਡ ਦੇਵੇ, ਲੇਕਿਨ ਉਹ ਐਸਾ ਭਾਣਾ ਉਸ ਟਾਈਮ ਵਰਤਿਆ, ਲੋਕਾਂ ਦੇ ਨਾਲ ਇੱਦਾਂ ਦੇ ਹਾਲਾਤ ਬਣੇ ਕਿ ਉਹਨਾਂ ਨੇ ਆਪਣੇ ਦੁੱਧ ਪੀਂਦੇ ਬੱਚਿਆਂ ਨੂੰ ਛੱਡ ਕੇ ਉੱਥੋਂ ਚੱਲਣਾ ਪਿਆ ਜੀ। ਔਰ ਇੱਕ ਹੋਰ ਵੀ ਜਿਹੜੀ ਸਭ ਤੋਂ ਵੱਡੀ ਸਾਜ਼ਿਸ਼ ਇਹ ਸੀ ਕਿ ਉਹਨਾਂ ਬੱਚਿਆਂ ਦੇ ਗਲ ਕੱਟ ਕੇ ਨੇਜ਼ਿਆਂ ਤੇ ਰੱਖ ਕੇ ਓਏ ਹੋਏ ਫਿਰ ਦਿਖਾਏ ਗਏ। ਉਹ ਸਭ ਤੋਂ ਵੱਡੀ ਸਾਜ਼ਿਸ਼ ਜਿਹੜੀ ਹੈ ਨਾ ਉਹ ਇਹ ਹੀ ਸੀ ਨਾ, ਮੇਰਾ ਮਤਲਬ ਵੀ ਹਾਲਾਂਕਿ ਉਹ ਇਹ ਕਿਤੋਂ ਅੱਜ ਦੀ ਗੱਲ ਹੈਗੀ ਹੈ, ਤਾਂ ਉਹ ਸੈਂਕੜਾ ਸਾਲਾਂ ਤੋਂ ਰਲ ਕੇ ਵਸਦੇ ਪਏ ਸੀ। ਜੀ ਬਿਲਕੁਲ ਬਿਲਕੁਲ ਬਿਲਕੁਲ, ਕੋਈ ਐਸੀ ਕੋਈ ਵਾਕਿਆ ਹੀ ਨਹੀਂ ਸੀ। ਉਹ ਜਨਾਬ ਜਿਹੜੀ ਬਾਕੀ ਦੇਖੋ ਜੀ, ਮੇਰੀ ਗੱਲ ਸੁਣੋ, ਇਹਦੇ ਵਿੱਚ ਸਾਰੀ ਕੌਮ ਨੂੰ ਸੋਚਣਾ ਪਏਗਾ। ਉਸ ਵਾਕਿਆ ਜਿਹੜਾ ਨਾ, ਉਸ ਵਕਤ ਦਾ, ਉਹਨੂੰ ਸਾਰੀ ਕੌਮ ਇੱਧਰ ਦੀ ਹੋਵੇ ਜਾਂ ਉੱਧਰ ਦੀ ਹੋਵੇ, ਉਹਨੂੰ ਸੋਚਣਾ ਪਏਗਾ। ਅੱਛਾ, ਅਬ ਥੋੜੀ ਜੀ ਅਸੀਂ ਗੱਲ ਕਰ ਲਈਏ ਹੋਰ। ਹਾਂਜੀ, ਕਿ ਜਿਹੜਾ ਸੀ ਤੁਹਾਡਾ ਪਿੰਡ ਖੜਕਾਂ, ਹਾਂਜੀ, ਉਹਦੇ ਵਿੱਚ ਕੋਈ ਲੰਬੜਦਾਰ ਜਾਂ ਉਸ ਵਕਤ ਦੇ ਜਿਹੜੇ ਪ੍ਰੋਮੀਨੈਂਟ, ਮੈਂ ਤੁਹਾਨੂੰ ਇੱਕ ਤਾਂ ਆਪਣੇ ਦਾਦਾ ਜੀ ਦੀ, ਦੂਸਰਾ ਮੇਜਰ ਤਫੈਲ ਸ਼ਹੀਦ, ਹਾਂਜੀ, ਇਹਦੇ ਵਾਲਿਦ ਮੌਜਦੀਨ ਪਟਵਾਰੀ ਸਨ, ਇਹਦਾ ਭਾਈ ਮੁਹੰਮਦ ਇਕਬਾਲ ਸੀ, ਉਸ ਤੋਂ ਬਾਅਦ ਚੌਧਰੀ ਰਹਿਮਤ ਅਲੀ ਨੰਬਰਦਾਰ ਸੀ, ਉਸ ਤੋਂ ਬਾਅਦ ਨਿਆਜ਼ ਮੁਹੰਮਦ ਨੰਬਰਦਾਰ ਸੀ। ਇਹ ਗੁਜਰਾਂ ਕੋਲ ਸੀ ਸਾਰੀਆਂ ਨੰਬਰਦਾਰੀਆਂ। ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂ ਕਿ ਜਿਨ੍ਹਾਂ ਦਾ ਜ਼ਿਕਰ ਕੀਤਾ ਚੌਧਰੀ ਕੁਰਬਾਨ ਅਲੀ ਚੌਹਾਨ ਸਾਹਿਬ ਨੇ, ਮੇਜਰ ਤਫੈਲ ਸ਼ਹੀਦ, ਪਾਕਿਸਤਾਨ ਆਰਮੀ ਦੇ ਉਹ ਮੇਜਰ ਸੀ, ਔਰ 1948 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਕੁਰਮੀ ਟੋਲੇ ਦੇ ਮਹਾਜ਼ ਦੇ ਉੱਤੇ। ਔਰ ਉੱਥੇ ਫਿਰ ਪਾਕਿਸਤਾਨ ਦਾ ਸਭ ਤੋਂ ਵੱਡਾ ਮਿਲਟਰੀ ਦਾ ਜਿਹੜਾ ਉਹਨਾਂ ਨੂੰ ਐਜ਼ਾਜ਼ ਹੈ, ਨਿਸ਼ਾਨੇ ਹੈ, ਉਹ ਉਹਨਾਂ ਨੂੰ ਮਿਲਿਆ। ਔਰ ਬੁਰੇਵਾਲੇ ਦੇ ਕਰੀਬ ਹੀ ਉਹਨਾਂ ਦਾ ਪਿੰਡ ਹੈ, ਬਲਕਿ ਉਸ ਪਿੰਡ ਦਾ ਨਾਮ ਹੀ ਉਹਨਾਂ ਦੇ ਪਿੰਡ ਤੋਂ ਹੈ, ਤਫੈਲਾਬਾਦ। ਉਹ ਵੀ ਜਿਹੜੇ ਸੀ ਉਹ ਖੜਕਾਂ ਦੇ ਰਹਿਣ ਵਾਲੇ ਜੀ। ਉਹ ਥੋੜਾ ਜਿਹਾ ਦੱਸੋ, ਜਿਹੜਾ ਤੁਸੀਂ ਵਿੱਚ ਜ਼ਿਕਰ ਕੀਤਾ ਤਕੀਆ ਬਣਿਆ ਸੀ, ਕਾਮਨ ਜਗ੍ਹਾ ਬਹਿਣ ਦੀ। ਉਹ ਤਕੀਆ ਜਿਹੜਾ ਜੀ, ਉੱਥੇ ਸਿਆਣੇ ਆਣ ਕੇ ਬਹਿੰਦੇ ਸੀ। ਜਿਹੜਾ ਵੀ ਕੋਈ ਮਸਲਾ ਮਸਾਇਲ, ਚਾਹੇ ਕਮੀਆਂ ਨੂੰ ਹੋਵੇ, ਚਾਹੇ ਮਜ਼ਦੂਰਾਂ ਨੂੰ ਹੋਵੇ, ਚਾਹੇ ਗੈਰ ਬਰਾਦਰੀ ਨੂੰ ਹੋਵੇ, ਚਾਹੇ ਮਜ਼ਹਬੀ ਤੋਂ ਉਹ ਪਰਿਆ ਪੰਚਾਇਤ ਦੀ ਜਗ੍ਹਾ ਸੀ, ਔਰ ਬੜੀ ਪੁਰਅਮਨ ਜਗ੍ਹਾ ਹੈਗੀ। ਉੱਥੇ ਬਾਕਾਇਦਾ ਇੱਕ ਆਦਮੀ ਦੀ ਡਿਊਟੀ ਸੀ, ਜਿਹੜਾ ਪਿੰਡ ਦਾ ਫਕੀਰ ਸੀ ਨਾ, ਉਹ ਬਾਕਾਇਦਾ ਹੁੱਕੇ ਧਰਨ ਵਾਸਤੇ ਨਾ, ਉਹਦੀ ਮੇਰਾ ਮਤਲਬ ਉਹ ਉੱਥੇ ਹਾਂਜੀ ਸਫਾਈ ਸੁਥਰਾਈ ਅੱਗ ਜਾਲ ਕੇ ਰੱਖਦਾ ਸੀ, ਉਹ ਫਿਰ ਹੁੱਕੇ ਧਰ ਕੇ ਦਿੰਦਾ ਸੀ। ਹਾਂਜੀ, ਦੂਸਰੇ ਨੰਬਰ 'ਤੇ ਫਿਰ ਜਿਸ ਵਕਤ ਮੈਨੂੰ ਬੜਾ ਯਾਦ ਹੈ ਕਿ ਮੇਰੀ ਉਮਰ ਉਸ ਵਕਤ 7 ਸਾਲ ਸੀ ਜੀ। ਮੈਨੂੰ ਐਡਾ ਲੰਬਾ ਚੌੜਾ ਤਾਂ ਨਹੀਂ ਹੈ, ਲੇਕਿਨ ਮੈਨੂੰ ਜੋ ਮੇਰੀਆਂ ਅੱਖਾਂ ਨੇ ਵੇਖਿਆ ਹੈ ਨਾ, ਉਸ ਵਕਤ ਦਾ ਸੀਨ ਸਾਰਾ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਹੈ। ਅਸੀਂ ਉਹ ਸੀਨ ਨੂੰ ਬਿਲਕੁਲ ਉਹੀ ਤੁਹਾਡੇ ਨਾਲ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲੇ ਇੱਕ ਛੋਟੀ ਜਿਹੀ ਗੱਲ ਹੋਰ ਕਰਾਂਗੇ ਕਿ ਤੁਸੀਂ ਆਪਣੀ ਦੱਸੋ ਕਿ ਕਿੰਨੀਆਂ ਜਮਾਤਾਂ ਪੜ੍ਹ ਲਈਆਂ ਸੀ ਜਦੋਂ ਇਹ ਸਾਰੀ ਪਾਰਟੀ? ਮੈਂ ਦੂਸਰੀ ਸੀ, ਪਹਿਲੀ ਜਮਾਤ ਕਰ ਲਈ ਸੀ, ਦੂਸਰੀ ਜਮਾਤ ਦੇ ਵਿੱਚ। ਕਿਹੜੇ ਪਿੰਡ ਤੋਂ ਤੁਸੀਂ? ਅਸੀਂ ਚੱਕ ਸਾਧੂ। ਆਪਣੇ ਪਿੰਡ ਖੜਕਾਂ ਸਕੂਲ ਨਹੀਂ ਸੀ? ਨਹੀਂ, ਖੜਕਾਂ ਸਕੂਲ ਨਹੀਂ ਸੀ, ਉਹ ਕੋਈ ਫਾਸਲਾ ਸੀ, ਕੋਈ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਦਾ, ਚੱਕ ਸਾਧੂ ਦਾ। ਉੱਥੇ ਸੀ ਸਕੂਲ, ਉੱਥੇ ਪੜ੍ਹਨ ਜਾਂਦੇ ਸੀ ਜੀ। ਹਾਂ, ਉੱਥੇ ਅਸੀਂ ਪੜ੍ਹਨ ਜਾਂਦੇ ਸੀ, ਬਲਕਿ ਬੜਾ ਮੌਕਾ ਸਾਨੂੰ ਯਾਦ ਹੈ, ਪੈਦਲ ਜਾਂਦੇ ਸੀ, ਬੱਚੇ ਰਲ ਕੇ ਜਾਂਦੇ ਸੀ। ਬਾਜ਼ ਔਕਾਤ ਪਿਆਸ ਲੱਗ ਜਾਂਦੀ ਸੀ, ਉੱਥੇ ਇੱਕ ਪਰੋ ਲਾਈ ਹੁੰਦੀ ਸੀ। ਪਰੋ ਉਹ ਕੀ ਸੀ? ਪਰੋ ਹੈ ਪਾਣੀ ਦਾ ਇੱਕ ਜ਼ਖੀਰਾ ਰੱਖਿਆ ਹੁੰਦੀ ਸੀ ਹਿੰਦੂਆਂ ਨੇ। ਅੱਛਾ। ਉਹ ਪਰੋਂ ਤੋਂ ਜਿਹੜਾ ਫਿਰ ਪਿਆਸਾ ਹੁੰਦਾ ਸੀ ਨਾ, ਤਾਂ ਉਹਨੂੰ ਪਾਣੀ ਪਿਲਾਉਂਦੇ ਸੀ। ਨਹੀਂ, ਉਹ ਕੀ ਕੋਈ ਹੌਜ਼ ਤਲਾਬ ਬਣਾਇਆ? ਨਹੀਂ, ਉਹਨਾਂ ਨੇ ਮੱਟ ਹੁੰਦੇ ਸੀ। ਅੱਛਾ, ਮੱਟ ਰੱਖੇ ਸੀ। ਉਹ ਪਿੱਤਲ ਦੇ ਜਾਂ ਦੂਸਰੇ ਮਿੱਟੀ ਦੇ, ਠੀਕ ਹੈ, ਉਹ ਮੱਟ ਹੁੰਦੇ ਸੀ। ਅੱਛਾ, ਫਿਰ ਉਹਨਾਂ ਨੇ ਪਾਣੀ ਪਿਲਾਉਣਾ। ਹਾਂ, ਠੀਕ ਹੈ। ਸਾਡੇ ਮੁਸਲਮਾਨਾਂ ਵਾਸਤੇ ਤਾਂ ਖਾਸ ਤੌਰ ਤੇ ਉਹ ਸਾਨੂੰ ਬੁੱਕ ਨਾਲ ਪਾਣੀ ਪਿਲਾਉਂਦੇ। ਅੱਛਾ, ਯਾਨੀ ਕਿ ਬਰਤਨ ਨਾਲ ਨਹੀਂ ਸੀ ਕਿ ਉਹ ਉੱਤੋਂ ਪਾਣੀ ਡਿੱਗਣਾ ਔਰ ਇਦਾਂ ਪਾਣੀ ਪੀਣਾ। ਠੀਕ ਹੈ, ਹਾਂ, ਉਸ ਟਾਈਮ ਹੈ ਸੀ ਕੁਛ ਇਦਾਂ ਦੀਆਂ ਗੱਲਾਂ ਵੀ ਹੈਗਾ। ਤੇ ਹੁਣ ਆਪਾਂ ਥੋੜੀ ਪਾਰਟੀਸ਼ਨ ਦੀ ਗੱਲ ਕਰੀਏ ਵੀ ਤੁਹਾਨੂੰ ਜਾਂ ਤੁਹਾਡੇ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਾ? ਸਾਡੇ ਪਿੰਡ ਵਾਲਿਆਂ ਨੂੰ ਜੀ ਉਹ ਅਚਾਨਕ ਉਹਨਾਂ ਨੂੰ ਪਤਾ ਲੱਗਾ। ਪਹਿਲੇ ਉਹਨਾਂ ਨੇ ਆਪਣੇ ਵਿਹੜਿਆਂ ਦੇ ਵਿੱਚ ਨਾ ਟੋਏ ਕੱਢ ਕੇ
ਅੱਛਾ 8-8 10-10 ਫੁੱਟ ਜੀ, ਜੀ। ਕੱਢ ਕੇ ਜੀ ਜੀ। ਉਹ ਕਰ ਲਿਆ। ਉਹਨਾਂ ਨੂੰ ਬਜ਼ੁਰਗ ਕਹਿੰਦੇ ਸੀ ਵੀ ਕਿਵੇਂ ਮੁਮਕਿਨ ਹੋ ਸਕਦਾ ਹੀ ਨਹੀਂ ਇਹ, ਹੂੰ। ਅਸੀਂ ਆ ਜਾਣਾ, ਜੇ ਚਲੇ ਵੀ ਗਏ ਤੇ ਆ ਆ ਜਾਵਾਂਗੇ। ਜਾਣਾ, ਵਾਪਸ ਆ ਹਾਂ। ਜਾਣਾ। ਹੂੰ ਲੇਕਿਨ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਵੀ ਦਿਨ ਦੇ 9:30-10 ਵਜੇ ਦਾ ਟਾਈਮ ਸੀ, ਹੂੰ ਐਲਾਨ ਹੋ ਗਿਆ ਕਿ ਬਈ ਮੂਵ ਕਰੋ ਸਾਰੇ। ਹੂੰ ਤੇ ਸਾਡੇ ਹਵੇਲੀ ਦੇ ਚਾਰ ਚਫੇਰੇ ਬੰਦੇ ਖੜੇ ਸੀ। ਅੱਛਾ। ਉਹ ਫਿਰ ਮੇਰੇ ਬਜ਼ੁਰਗਾਂ ਨੂੰ ਕਹਿਣ ਲੱਗੇ ਵੀ ਚੌਧਰੀ ਸਾਹਿਬ ਹੁਣ ਤੁਸੀਂ ਚਾਹੋ ਵੀ, ਹੁਣ ਮੇਰਾ ਮਤਲਬ ਸਾਨੂੰ ਕਿੰਨਾ ਕੁ ਅਜ਼ਮਾ ਰਹੇ ਹੋ ਤੁਸੀਂ, ਹੂੰ ਹੈ ਜੀ। ਹੂੰ ਬਲਕਿ ਦੇਖੋ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਇੱਕ ਬਾੜੇ ਹੁੰਦੇ ਸੀ ਉੱਥੇ ਜੀ ਡੰਗਰਾਂ ਸ਼ੰਗਰਾਂ ਵਾਸਤੇ, ਜਿਹੜੇ ਘਰ ਦੂਰ ਹੁੰਦਾ ਸੀ ਬਾੜਾ ਹੁੰਦਾ ਸੀ, ਬਾੜਿਓਂ ਮੈਂ ਆ ਰਿਹਾ ਸੀ ਹੂੰ ਆਪਣੇ ਉੱਥੇ ਚੌਹਾਨਾਂ ਦੀ ਇੱਕ ਉਹ ਹਵੇਲੀ ਜਾਂ ਡੇਅਰੀ ਜੀ ਜੀ ਸੀ, ਉੱਥੇ ਇਕੱਠੇ ਹੀ ਸੀ ਸਾਰੇ ਇਹਨਾਂ ਦੇ। ਹੂੰ ਉੱਥੇ ਪੱਥਰ ਬੜੇ ਹੁੰਦੇ ਸੀ, ਹੂੰ ਪਥਰੀਲਾ ਇਲਾਕਾ ਸੀ। ਮੈਂ ਆ ਰਿਹਾ ਸੀ ਪਿੱਛੇ ਹੱਥ ਬੰਨੇ ਨੇ ਹੂੰ ਹੂੰ ਤੇ ਆਪਣੀ ਮਦਾ 'ਚ ਆ ਰਿਹਾ। ਹੂੰ ਉਹ ਅੱਗਿਓਂ ਦਾਦਾ ਜੀ ਆ ਗਏ, ਹੂੰ ਉਹਨਾਂ ਮਾਰਿਆ ਕੜਕਾ, ਅੱਛਾ। ਓਏ। ਹਾਂ ਮੈਂ ਤਾਂ ਹੱਕਾ ਪੱਕਾ, ਅੱਛਾ ਉਹਨਾਂ ਉਹ ਕੜਕਾ ਮਾਰਿਆ ਤੇ ਮੈਂ ਡਿੱਗ ਪਿਆ। ਹੂੰ ਡਿੱਗਦਿਆਂ ਮੇਰਾ ਪੱਥਰ ਤੇ ਫਿਰ ਬੁੱਲ ਲੱਗਾ। ਹੂੰ ਉਹ ਫਿਰ ਜਨਾਬ ਦੌੜ ਕੇ ਆਏ, ਆ ਕੇ ਉਹਨੇ ਚੁੱਕਿਆ ਤੇ ਉਹ ਸਾਫ਼ ਕੀਤਾ ਤੇ ਨਾਲੇ ਉਹਨੇ ਨਾ ਹੂੰ ਉਹ ਕਹਿਣ ਲੱਗੇ ਅਦੇ ਮੈਂ ਤਾਂ ਕਿਹਾ ਵੀ ਹੱਥ ਅੱਗੇ ਬੰਨੋ, ਹੁਣ ਤੁਸੀਂ ਪਾਕਿਸਤਾਨ ਨੂੰ ਜਾਣਾ ਹੈਗਾ, ਤੂੰ ਹੱਥ ਪਿੱਛੇ ਬੰਨੇ ਹੈ ਜੀ। ਅੱਛਾ, ਇੰਨਾ ਇਸ਼ਤਿਆਕ ਸੀ। ਹੂੰ ਹੂੰ ਔਰ ਫਿਰ ਜਨਾਬ ਤੁਸੀਂ ਅੰਦਾਜ਼ਾ ਫਰਮਾਓ ਕਿ ਪੈਦਲ ਤੁਰ ਪਏ, ਹੂੰ ਕੀ ਉੱਥੋਂ ਉਠਾ ਸਕਦਾ ਬੰਦਾ। ਹੂੰ ਕਿਸੇ ਨੇ ਕੋਈ ਦਾਣੇ ਛਾਣੇ ਪਾਉਣੇ ਸੀ, ਕਿਸੇ ਨੇ ਕੋਈ ਇੰਨਾ ਕੋਈ ਸਮਾਨ ਲੈ ਕੇ ਤੇ ਬਸ। ਤੁਸੀਂ ਸਾਰੇ ਫਲਾਂ ਦਾ ਜ਼ਿਕਰ ਕੀਤਾ, ਅੰਬਾਂ ਦਾ ਨਹੀਂ ਕੀਤਾ। ਓਏ ਮੈਂ ਨਹੀਂ ਅੰਬੀਆਂ ਨੂੰ ਤਰਸੇਂਗੀ ਛੱਡ ਓਏ ਕੇ ਹੋਏ ਦੇਸ ਹੋਏ ਦੁਆਬਾ। ਹੋਏ 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 ਅੰਬ ਤਾਂ ਮਸ਼ਹੂਰ ਸੀ ਉੱਥੇ। ਅੰਬ ਤਾਂ ਬੇਬਹਾ ਸੀ ਨਾ। ਹੂੰ ਅੰਬ, ਹੂੰ ਜਾਮਣ ਹੂੰ ਔਰ ਬੇਰ, ਹੂੰ ਇਹ ਤਾਂ ਜਿੰਨਾ ਵੀ ਝੂਠ ਮਾਰ ਲਓ ਉਹਨਾਂ ਸੀ ਨਾ। ਹੂੰ ਅੰਬ, ਉੱਡਾ ਅੰਬ ਤੇ ਇੱਥੇ ਪਾਕਿਸਤਾਨ 'ਚ ਵੀ ਇੱਕ ਦਿਨ ਦੇਖਿਆ ਹੈਗਾ, ਹੂੰ 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 ਜਿੰਨਾ ਕੁ ਉੱਥੇ ਅੰਬ ਹੈਗਾ ਸੀ। ਹੂੰ ਔਰ ਸੜਕ ਤੇ ਵੀ ਅੰਬ ਸੀ, ਹੂੰ ਬਾਜ਼ਾਰਾਂ 'ਚ ਵੀ ਅੰਬ ਸੀ, ਦੂਸਰੇ ਬਿਲਕੁਲ ਬਹੁਤ ਅੰਬ ਹੀ ਜ਼ਿਆਦਾ ਅੰਬ ਅੰਬ ਹੀ ਅੰਬ ਸੀ। ਅੰਬ ਹੀ ਅੰਬ। ਹਾਂਜੀ। ਹੂੰ ਤੇ ਮੌਸਮ ਹੀ ਇਹ ਸੀ ਵੀ ਮਾੜਾ ਜਿਹਾ ਬੱਦਲ ਕਿਤੋਂ ਆ ਗਿਆ ਨਾ ਹਾਂ ਤੇ ਫੌਰਨ ਬਾਰਿਸ਼ ਆ ਗਈ। ਬਾਰਿਸ਼ ਹੋ ਜਾਂਦੀ। ਹਾਂਜੀ। ਤੇ ਉਸ ਪਿੰਡ ਨਾਲ ਜੁੜਿਆ ਕੋਈ ਤੁਹਾਡਾ ਹੋਰ ਵਾਕਿਆ, ਕੋਈ ਬਚਪਨ ਦਾ, ਕੋਈ ਯਾਰ ਦੋਸਤ, ਕੋਈ ਚਮਾਰਾਂ ਦੇ ਮੁੰਡੇ ਜਿਹੜੇ ਕਹਿੰਦੇ, ਹੁਣ ਤਾਂ ਵੈਸੇ ਉਹ ਚਮਾਰਾਂ ਲਈ ਇੱਕ ਪ੍ਰੋਪਰ ਵਰਡ SC ਸ਼ਡਿਊਲ ਕਾਸਟ, ਇਹਦੇ ਤੇ ਪਾਬੰਦੀ ਹੈ ਚਮਾਰ ਕਹਿਣ ਤੇ, ਔਰ ਮੈਂ ਸਮਝਦਾ ਕਿ ਬਹੁਤ ਅੱਛੀ ਗੱਲ ਹੈ। ਬਾਬਾ ਜੀ ਅੰਬੇਦਕਰ ਨੂੰ ਅਸੀਂ ਸੈਲੂਟ ਕਰਦੇ ਹਾਂ, ਜਿਨ੍ਹਾਂ ਨੇ ਆ ਕੇ ਸ਼ਡਿਊਲ ਕਾਸਟ ਲਈ ਉੱਥੇ ਬੜੇ ਤਗੜੇ ਕਾਨੂੰਨ ਬਣਾਏ, ਔਰ ਅੱਜ ਜਿਹੜੀ ਸ਼ਡਿਊਲ ਕਾਸਟ ਸੀ ਉਹ ਇਸ ਟਾਈਮ ਸਿਵਲ ਸਰਵਿਸਿਜ਼ ਦੇ ਵਿੱਚ ਔਰ ਹਰ ਜਗ੍ਹਾ ਦੇ ਉੱਤੇ ਉਹ ਪ੍ਰੋਮੀਨੈਂਟ ਨੇ ਇੰਡੀਆ ਦੇ ਵਿੱਚ। ਤੇ ਹੋਰ ਕੋਈ ਤੁਹਾਡੇ ਕੋਈ ਹਿੰਦੂ ਦੋਸਤ ਜਾਂ ਕੋਈ ਸਿੱਖ ਫੈਮਿਲੀ ਦੇ ਜਾਂ? ਖੈਰ ਜੀ, ਮੈਂ ਤਾਂ ਸੀ ਬਚਪਨ 'ਚ ਸੀ, ਲੇਕਿਨ ਸਾਡੇ ਬਜ਼ੁਰਗਾਂ ਦੀ ਦੋਸਤੀ ਹਿੰਦੂਆਂ ਨਾਲ ਵੀ ਸੀ, ਸਿੱਖਾਂ ਨਾਲ ਵੀ ਸੀ। ਬਹੁਤ ਸਾਰੇ ਦੋਸਤ ਹੈਗੇ, ਮੇਰਾ ਮਤਲਬ ਬੜੇ ਬੜੇ ਅੱਛੇ ਲੋਕ ਇੱਕ ਦੂਸਰੇ ਨੂੰ ਯਾਦ ਕਰਦੇ ਨੇ। ਹਾਂਜੀ। ਤੇ ਤੁਸੀਂ ਬੜਾ ਦਿਲਖਰਾਸ਼ ਵਾਕਿਆ ਦੱਸਿਆ ਕਿ ਉਹ ਤੁਹਾਡੇ ਇੱਕ ਰਿਸ਼ਤੇਦਾਰ ਔਰਤ ਨੂੰ ਆਪਣਾ ਬੱਚਾ ਛੱਡਣਾ ਪਿਆ। ਦੂਸਰਾ ਤੁਸੀਂ ਵਿੱਚ ਜ਼ਿਕਰ ਕੀਤਾ ਸੀ ਕਿ ਇੱਕ ਬਣਾਈ ਫਾਰਮੇਸ਼ਨ, ਇੱਕ ਪਲਾਟੂਨ ਜੀ ਬਣਾਈ, ਜਿਨ੍ਹਾਂ ਦੇ ਕੋਲ ਅਸਲਾ ਨਹੀਂ ਸੀ, ਲੇਕਿਨ ਉਹ ਡੰਡੇ ਸੋਟੇ ਵਾਲੇ, ਬਰਮਾ ਬਰਛੀਆਂ ਵਾਲੇ ਸੀ ਕਿ ਜਿੱਥੇ ਕਿਤੇ ਹਮਲਾ ਹੁੰਦਾ। ਉਹ ਚੱਕ ਸਾਧੂ ਦੇ ਲੋਕ ਸੀ। ਉਹ ਚੱਕ ਸਾਧੂ ਦੇ ਖਰਕਾਂ ਦੇ ਲੋਕ ਵੀ ਸਨ, ਲੇਕਿਨ ਉਹਨਾਂ ਨੂੰ ਕਮਾਨ ਕਰਨ ਵਾਲਾ ਜੀ ਸੀ ਉਹ ਕੈਪਟਨ ਰਿਆਜ਼ ਸੀ। ਕੈਪਟਨ ਰਿਆਜ਼ ਉਸ ਟਾਈਮ ਬ੍ਰਿਟਿਸ਼ ਆਰਮੀ 'ਚ ਸੀ। ਉਹ ਬ੍ਰਿਟਿਸ਼ ਆਰਮੀ ਉਸ ਟਾਈਮ ਸਾਰੀ ਬ੍ਰਿਟਿਸ਼ ਆਰਮੀ। ਬਾਅਦ ਚੋਂ ਫਿਰ ਉਹ ਇੱਧਰ ਆ ਗਏ ਸੀ। ਉਹ ਇੱਧਰ ਆ ਗਿਆ, ਪਾਕਿਸਤਾਨ ਆਰਮੀ। ਉਹ ਪਾਕਿਸਤਾਨ ਆ ਗਏ, ਆ ਕੇ ਮੰਡੀ ਬਾਉਦੀਨ ਬੈਠੇ ਉੱਤੇ, ਉਹ 8 ਜਾਂ ਕੀ 10 ਚੱਕ ਹੈਗਾ ਉੱਥੇ ਮੰਡੀ ਬਾਉਦੀਨ, ਉਹ ਆ ਕੇ ਬੈਠੇ। ਫਿਰ ਕਰਨਲ ਹੋ ਗਿਆ ਸੀ ਉਹ। ਅੱਛਾ। ਇੱਥੇ ਕਰਨਲ ਹੋ ਕੇ ਰਿਟਾਇਰ ਹੋਇਆ। ਇੱਕ ਉਹ ਸੀ, ਇੱਕ ਉਹਦਾ ਸ਼ਫੀ ਆਲਮ ਕੀ ਸੀ, ਉਹ ਸ਼ਫੀ ਆਲਮ ਉਹਦਾ ਭਾਈ ਵੀ ਸੀ, ਉਹ ਪੁਲਿਸ ਸੀ ਮੇਰਾ ਖਿਆਲ। ਅੱਛਾ। ਹਾਂਜੀ। ਤੇ ਹੁਣ ਤੁਸੀਂ ਥੋੜੀ ਜੀ ਹੁਣ ਗੱਲ ਕਰੋ ਵੀ ਜਦੋਂ ਤੁਸੀਂ ਉੱਥੋਂ ਚੱਲ ਪਏ ਆਪਣੇ ਪਿੰਡੋਂ, ਤੇ ਪਹਿਲਾ ਕੈਂਪ ਤੁਹਾਡਾ ਨਸਰਾਲੇ ਲੱਗਾ? ਪਹਿਲਾ ਕੈਂਪ ਜੀ ਅਸੀਂ ਇੱਕ ਵਾਕਿਆ ਤੇ ਤੁਹਾਨੂੰ ਦੱਸਦੇ ਹਾਂ ਜੀ, ਕਿ ਜਿਸ ਵਕਤ ਅਸੀਂ ਤੁਰੇ ਆਉਂਦੇ ਸੀ ਤੇ ਇੱਕ ਬੱਕਰੀ ਸਾਡੀ ਸੀ, ਉਹ ਬੱਕਰੀ ਸਾਡੇ ਬਜ਼ੁਰਗ ਨੇ ਫੜੀ ਹੋਈ ਸੀ। ਅੱਛਾ, ਉਹ ਵੀ ਨਾਲ ਹੀ? ਉਹ ਵੀ ਨਾਲ ਹੀ। ਅੱਛਾ। ਉਹ ਕੋਈ ਮੇਰਾ ਖਿਆਲ ਕੋ 5-4 ਦਿਨਾਂ ਦੀ ਸੂਈ ਹੋਏਗੀ, ਇੰਨਾ ਕੁ ਬੱਚਾ ਸੀ, ਉਹ ਮੇਰੀ ਧੌਣ ਤੇ ਰੱਖਦਾ ਹੁੰਦਾ। ਛਲਾਰੂ। ਅੱਛਾ।
ਹੁਸ਼ਿਆਰਪੁਰ ਗੁਜ਼ਰ ਰਹੇ ਸੀ ਅਸੀਂ, ਹਾਂ ਜਦੋਂ ਇੱਧਰ ਵੀ ਆਰਮੀ ਖੜੀ ਸੀ, ਇੱਧਰ ਵੀ ਆਰਮੀ ਖੜੀ ਸੀ। ਹੂੰ, ਉਹ ਕੋਈ ਹੋਏ ਤਾਂ ਉਹਨਾਂ ਨੇ ਬੱਕਰੀ ਖੋਈ ਤੇ ਜਨਾਬ ਉਹ ਲੈ ਕੇ ਤਾਂ ਅੱਛਾ ਉਹ ਬਜ਼ੁਰਗਾਂ ਨੇ ਉਹ ਫੌਜੀ ਨੂੰ ਕਿਹਾ ਹੂੰ ਵੀ ਸਾਡੀ ਬੱਕਰੀ ਖੋ ਕੇ ਲੈ ਗਿਆ। ਆਪ ਮਾਰਿਆ ਰੱਖ ਕੇ ਬਾਟੋ ਤੇ ਉਹਨਾਂ ਕਹਾ ਚਲੋ ਚਲੋ ਚਲੋ। ਵੀ ਇੱਥੇ ਹੁਣ ਇਹ ਗੋਰਖਾ ਸੀ। ਉਹ ਜਨਾਬ ਅਸੀਂ ਉਹ ਮੈਨੂੰ ਫਿਰ ਉਹ ਵੱਡਾ ਭਾਈ ਜਿਹੜਾ ਉਹਨੇ ਚੁੱਕ ਕੇ ਤਾਂ ਉਹ ਮਾਰੀ, ਉਹਨੇ ਕਿਹਾ ਵੀ ਹੁਣ ਇਹਨੂੰ ਕੀ ਕਰਨਾ ਹੈਗਾ। ਜੀ ਬਿਲਕੁਲ ਇੱਥੇ ਬਿਲਕੁਲ ਇੱਥੇ ਅੱਗੇ ਅਸੀਂ ਫਿਰ ਹੁਸ਼ਿਆਰਪੁਰੋਂ ਟੱਪ ਕੇ ਨਸਰਾਲੇ ਕੈਂਪ ਲੱਗਾ ਸਾਡਾ। ਉਹ ਨਸਰਾਲੇ ਕੈਂਪ ਦੇ ਵਿੱਚ ਨਾ ਕੁਦਰਤੀ ਬਾਤ ਹੈ ਕਿ ਉਹ ਸਾਤੋਂ ਇੱਕ ਅੱਗੇ ਅੱਗੇ ਤੁਰਿਆ ਜਾਵੇ, ਸਾਡੀ ਬੱਕਰੀ ਲਈ ਜਾਵੇ ਉਹ। ਅੱਛਾ ਉਹ ਸਾਡੇ ਬਜ਼ੁਰਗਾਂ ਨੇ ਕਿਹਾ ਤੇਰਾ ਭਲਾ ਹੋ ਜਾਏ, ਤੇਰਾ ਬੱਕਰੀ ਤਾਂ ਸਾਡੀ ਹੈ। ਉਹ ਕਹੇ ਜੀ ਮੈਨੂੰ ਤਾਂ ਫੌਜੀ ਦੇ ਗਏ ਨਾ। ਉਹਨੇ ਕਿਹਾ ਤੂੰ ਐਸਾ ਲੱਗਦਾ ਉਹ ਫੌਜੀ। ਉਹ ਫਿਰ ਬੱਕਰੀ ਖੋਲੀ, ਉਹ ਬੱਕਰੀ ਰਹੀ ਫਿਰ ਕੈਂਪ ਦੇ ਵਿੱਚ ਹੀ ਉਹ ਨਾਲ। ਅੱਛਾ ਉਸ ਤੋਂ ਬਾਅਦ ਜੀ ਫਿਰ ਉਹ ਦਾਸਤਾਨਾਂ ਸਾਰੀਆਂ ਮੁਸੀਬਤਾਂ ਦੀਆਂ ਦਾਸਤਾਨਾਂ, ਕਸਮ ਪੁਰਸੀ ਦੀਆਂ ਦਾਸਤਾਨਾਂ। ਬਾਰਿਸ਼ ਬੜੀ ਉਹਨਾਂ ਦਿਨਾਂ 'ਚ ਪਈ, 18-20 ਦਿਨ ਬਾਰਿਸ਼ ਪੈਂਦੀ ਰਹੀ, ਰਾਤ ਵੀ ਦਿਨ ਵੀ। ਫਿਰ ਨੰਗੇ, ਯਾਨੀ ਕਿ ਕੋਈ ਸ਼ੈਲਟਰ ਨਹੀਂ, ਕੋਈ ਟੈਂਟ ਨਹੀਂ। ਤੁਸੀਂ ਵੇਖੋ ਜਿਹੜੇ ਬਾਬਾ ਦਾਦਾ ਜੀ ਨੇ ਮੈਨੂੰ ਦਬਕਾ ਮਾਰਿਆ ਸੀ ਨਾ, ਉੱਥੇ ਆ ਕੇ ਫੌਤ ਹੋ ਗਏ। ਅੱਛਾ ਉਹ ਨਸਰਾਲੇ ਕੈਂਪ 'ਚ ਫੌਤ? ਨਸਰਾਲੇ ਕੈਂਪ। ਨਾ ਕਫਨ ਨਾ ਗੌਰ ਹੈ ਨੇ। ਬਸ ਫਿਰ ਕੈਂਪਾਂ ਦੇ ਵਿੱਚ ਇਹੀ ਹਾਲ ਰਿਹਾ। ਮੇਰੀ ਮਾਂ ਨੇ ਵੀ ਇਹ ਮੇਰੇ ਨਾਲ ਗੱਲਾਂ ਸ਼ੇਅਰ ਕੀਤੀਆਂ ਹੋਈਆਂ ਕਿ ਜਿਸ ਬੰਦੇ ਨੇ ਇਹ ਤਜਵੀਜ਼ ਬਣਾਈ ਹੈ ਨਾ, ਉਹਨੇ ਬਹੁਤ ਗਲਤ ਕੀਤਾ। ਮਤਲਬ ਇਹ ਨਹੀਂ ਕਿ ਚੇਂਜ ਹੋ ਸਕਦੇ ਸੀ, ਉਹ ਅੱਛੇ ਤਰੀਕੇ ਨਾਲ ਹੋ ਸਕਦੇ ਸੀ, ਬਹੁਤ ਕਵਰੇਬਲ ਤਰੀਕੇ ਨਾਲ ਹੋ ਸਕਦੇ ਸੀ। ਦੇਖੋ ਦੁਨੀਆ ਦੇ ਵਿੱਚ ਨਵੇਂ ਮੁਲਕ ਵੀ ਬਣੇ ਜੀ, ਮੁਲਕ ਵੀ ਬਣੇ ਨੇ। ਇੱਦਾਂ ਦਾ ਕਿਤੇ ਨਹੀਂ ਵਾਪਰਿਆ ਕਿ ਇੱਕ ਮੁਲਕ ਬਣ ਗਿਆ ਤੇ ਉਹਨਾਂ ਨੇ ਕਿਹਾ ਹੋਏ ਕਿ ਮੁਸਲਮਾਨ ਹੁਣ ਉੱਧਰ ਚਲੇ ਜਾਣ ਔਰ ਉੱਧਰ ਦੇ ਹਿੰਦੂ ਇੱਧਰ ਆ ਜਾਣ ਜਾਂ ਸਿੱਖ ਉੱਧਰ ਚਲੇ ਜਾਣ। ਇੱਦਾਂ ਦਾ ਇਨਸਾਨ ਦੀ ਹਿਊਮਨ ਹਿਸਟਰੀ ਜਿਹੜੀ ਕੋਈ 10,000 ਸਾਲ ਦੀ ਰਿਕਾਰਡਡ ਹਿਸਟਰੀ ਮੌਜੂਦ ਹੈ ਸਾਡੇ ਕੋਲ, ਉਹਦੇ ਵਿੱਚ ਕਦੀ ਵੀ ਇੱਦਾਂ ਨਹੀਂ ਹੋਇਆ ਕਿ ਲੋਕਾਂ ਨੂੰ ਇਹ ਕਿਹਾ ਜਾਏ ਕਿ ਕਿਉਂਕਿ ਹੁਣ ਇੱਕ ਮੁਲਕ ਬਣ ਗਿਆ ਉੱਥੇ ਮੁਸਲਮਾਨ ਨਹੀਂ ਰਹਿ ਸਕਦੇ ਔਰ ਉਸ ਮੁਲਕ ਦੇ ਵਿੱਚ ਹਿੰਦੂ ਸਿੱਖ ਨਹੀਂ ਰਹਿ ਸਕਦੇ। ਤੇ ਬਹੁਤ ਵੱਡਾ ਜ਼ੁਲਮ ਹੋਇਆ ਦੁਨੀਆ ਦੀ ਹਿਸਟਰੀ 'ਚ। ਦੀ ਕੋਈ ਐਗਜ਼ਾਮਪਲ ਹੋਰ ਨਹੀਂ ਮਿਲਦੀ ਔਰ ਨਾ ਹੀ ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਕਿ ਇੱਦਾਂ ਦਾ ਕੋਈ ਫਿਰ ਜ਼ਿੰਦਗੀ 'ਚ ਕਿਸੇ। ਨਸਰਾਲੇ ਤੋਂ ਕੈਂਪ ਚੱਲ ਕੇ ਤੇ ਥੋੜਾ ਅੱਗੇ ਦੱਸੋ। ਫਿਰ ਉਹ ਅੱਗੇ ਫਿਰ ਆ ਗਿਆ ਜੀ ਚੂੜ ਵਾਲੀ, ਜਿਵੇਂ ਮੈਨੂੰ ਯਾਦ ਹੈ। ਜੀ ਚੂੜ ਵਾਲੀ ਫਿਰ ਇੱਕ ਆਪਣੇ 5-4 ਦਿਨ ਹੋਏ ਸੀ ਕੈਂਪ ਲੱਗੇ ਨੂੰ, ਤੇ ਇੱਕ ਐਲਾਨ ਹੋ ਗਿਆ ਕਿ ਪਾਕਿਸਤਾਨ ਜਾਣ ਵਾਸਤੇ ਇੱਕ ਟ੍ਰੇਨ ਆ ਰਹੀ ਹੈ, ਉਸ ਟ੍ਰੇਨ ਤੇ ਚੜ੍ਹ ਜਾਓ। ਉਹ ਟ੍ਰੇਨ ਮੇਰਾ ਖਿਆਲ ਕੋ 2 ਦਿਨ ਉੱਥੇ ਖੜੀ ਰਹੀ ਹੈ। ਅੱਛਾ। ਪੈ ਧਾਕ ਗਈ ਦੁਨੀਆ, ਚੜ੍ਹ ਗਈ ਉੱਤੇ। ਸਾਡੀ ਵਾਰੀ ਉੱਤੇ ਆਈ, ਛੱਤ ਤੋਂ ਉੱਤੇ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਵੀ ਇੱਕ ਖੇਸ ਪਾੜ ਕੇ ਤੇ ਰੱਸਾ ਬਣਾਇਆ ਉਹਦਾ। ਅੱਛਾ। ਉਹ ਡੱਬੇ ਦੇ ਦੋਹੀਂ ਬੰਨੇ ਬੰਨਿਆ। ਅੱਛਾ। ਤੇ ਉਹਦੇ ਨਾਲ ਅਸੀਂ ਚੁੱਕ ਬੱਚੇ ਸੀ, ਸਾਡੀਆਂ ਬਾਹਾਂ ਬੰਨ ਦਿੱਤੀਆਂ। ਅੱਛਾ, ਫਿਰ ਡਿੱਗਣਾ ਪਿਆ ਕਿ ਡਿੱਗਣਾ। ਅੱਛਾ। ਉਹ ਜਨਾਬ ਕੋਈ 2 ਦਿਨ ਤਾਂ ਉਹ ਗੱਡੀ ਉੱਥੇ ਖੜੀ ਰਹੀ ਹੈ। ਉਸ ਤੋਂ ਬਾਅਦ ਉਹ ਗੱਡੀ ਚੱਲ ਪਈ। ਹੌਲੀ 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 ਗੱਡੀ ਉਹ ਚੱਲ ਗਈ ਹੈ ਤੇ ਇੰਨੀ ਕੁ ਦੁਨੀਆ ਉਹਦੇ ਉੱਤੇ ਸੀ ਵੀ ਜਿਹਦਾ ਹੱਦ। ਕਾਢਿਆਂ ਕੀੜੀਆਂ ਤਰ੍ਹਾਂ ਦੁਨੀਆ ਉਹ ਜਾ ਕੇ ਤੇ ਜਲੰਧਰ ਰੇਲਵੇ ਸਟੇਸ਼ਨ ਤੇ ਇੰਜਣ ਛੱਡਿਆ ਤੇ ਚਲੇ ਗਏ। ਅੱਛਾ। ਗੱਡੀ ਉੱਥੇ ਹੋਏ 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 ਇੱਕ ਇੰਜਣ ਛੱਡਿਆ ਤੇ ਮੇਰਾ ਮਤਲਬ ਉਹ ਚਲੀ ਗਿਆ, ਇੰਜਣ ਚਲਾ ਗਿਆ, ਗੱਡੀ ਉੱਤੇ ਛੱਡਤੀ। ਤੇ ਚਸ਼ਮ ਜ਼ਦਨ ਦੇ ਵਿੱਚ ਇੱਧਰੋਂ ਜਨਾਬ ਛਵੀਆਂ ਤੇ ਕੁਹਾੜੀਆਂ ਤੇ ਉਹ ਬਲਮਾਂ ਤੇ ਦੂਸਰੇ ਲੈ ਕੇ ਇੱਧਰੋਂ ਵੀ ਬੰਦੇ ਉੱਤਰ ਪਏ ਤੇ ਇੱਧਰੋਂ ਵੀ ਉੱਤਰ ਪਏ। ਬਲਵਾਈ ਆ ਗਏ। ਬਲਵਾਈ ਆ ਗਏ। ਕੁਦਰਤ ਖੁਦਾ ਦੀ ਕਿ ਹਾਲੇ ਉਹ ਵਾਰਦਾਤ ਕੋਈ ਨਹੀਂ ਕਰ ਸਕੇ। ਤੇ ਅਗਲੇ ਬੰਨੋਂ ਗੱਡੀ ਤੋਂ ਫਾਇਰਿੰਗ ਦੀ ਆਵਾਜ਼ ਆਈ। ਅੱਛਾ।
ਫਾਇਰਿੰਗ ਦੀ ਆਵਾਜ਼ ਆਈ ਤੇ ਫਿਰ ਉਹ ਨਾ ਉਹ ਭੱਜਦੇ ਵੇਖੇ ਮੁੜ ਕੇ ਪਿਛਾਂ ਨੂੰ, ਅੱਛਾ, ਉਹਨਾਂ ਪੈਰਾਂ ਤੋਂ ਵੀ ਵਾਪਸ। ਉਹਨਾਂ ਪੈਰਾਂ ਤੋਂ ਭੱਜਦੇ ਦੇਖੇ। ਉਹ ਫਿਰ ਹੁਕਮ ਹੋਇਆ ਕਿ ਗੱਡੀ ਨੂੰ ਖਾਲੀ ਕਰ ਦਿਓ। ਅੱਛਾ, ਗੱਡੀ ਖਾਲੀ ਕਰਕੇ ਤਾਂ ਉਹਨਾਂ ਨੇ ਫਿਰ ਉੱਥੇ ਲਿਟਾ ਦਿੱਤੇ ਆਪਣੇ ਪਲੇਟਫਾਰਮ ਤੇ। ਉਹਨਾਂ ਕਿਹਾ ਜਿਹੜਾ ਮੂਵ ਕੀਤਾ ਨਾ ਉਹਦੇ ਗੋਲੀ ਵੱਜੇਗੀ। ਫਿਰ 3-4 ਘੰਟੇ ਤੋਂ ਬਾਅਦ ਫਿਰ ਜਾ ਕੇ ਤਾਂ ਇੰਜਣ ਆਇਆ। ਅੱਛਾ, ਫਿਰ ਦੁਬਾਰਾ ਇੰਜਣ ਆਇਆ। ਉਹ ਸ਼ੁਨੀਰ ਹੈ ਵੀ ਇਹਨਾਂ ਨੇ ਫਿਰ ਉਹਨੂੰ ਹਰੀ ਸਬਜ਼ ਝੰਡੀ ਦਿੱਤੀ ਵੀ ਇਹ ਮਰ ਗਏ ਨੇ ਸਾਰੇ ਤੇ ਆ ਜਾਓ ਹੁਣ ਤੁਸੀਂ। ਅੱਛਾ, ਉਹ ਜਨਾਬ ਕੋਈ ਕੁਦਰਤ ਖੁਦਾ ਦੀ ਕਿ 16 ਬੰਦੇ ਸੀ ਬਲੋਚ ਰੈਜੀਮੈਂਟ ਦੇ। ਪਤਾ ਨਹੀਂ ਅੱਲਾ ਨੇ ਭੇਜੇ, ਉਹਨਾਂ ਨੇ ਕਿੱਥੋਂ ਪਤਾ ਲੱਗਾ। ਉਹ ਆਏ 8 ਇਸ ਬੰਨੇ ਹੋ ਗਏ, 8 ਇਸ ਬੰਨੇ ਹੋ ਗਏ। ਉਹਨਾਂ ਨੇ ਆਣ ਕੇ ਗੋਲੀ ਚਲਾਈ ਸੀ। ਉਹਨਾਂ ਫਿਰ ਜਿਸ ਵੇਲੇ ਇੰਜਣ ਆ ਕੇ ਲੱਗਾ ਨਾ ਤਾਂ ਉਹ ਜਾ ਕੇ 2 ਬੰਦੇ ਉਹਨਾਂ ਨੂੰ ਫੜ ਲਿਆ, ਫਿਰ ਡਰਾਈਵਰ ਨੂੰ ਥੱਲੇ ਲਾ ਲਿਆ। ਫਿਰ ਉਹਨਾਂ ਨੂੰ ਪਿੰਜਿਆ ਟਿਕਾ ਕੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਉੱਠ ਪਾਓ ਤੇ ਬਹਿ ਜਾਓ ਗੱਡੀ ਤੇ। ਫਿਰ ਗੱਡੀ ਤੇ ਬਹਿ ਗਏ ਜੀ, ਬਹਿ ਗਏ ਜਿਸ ਵਕਤ ਗੱਡੀ ਤੇ, ਤਾਂ ਫਿਰ ਉਹ ਗੱਡੀ ਬੈਕ ਕਰਵਾਈ ਉਹਨੇ। ਇਸ ਗੱਲ 'ਚ ਇੰਨਾ ਕਿ ਉਹ ਡਰਾਈਵਰ ਇੰਜਨ ਲੈ ਕੇ ਹੀ ਇਸ ਕਰਕੇ ਗਿਆ ਵੀ ਬਲਵਾਈ ਆਉਣ ਤੇ ਇਸ ਗੱਡੀ ਨੂੰ ਮਾਰ ਦਿੱਤਾ ਜਾਏ। ਉਹ ਤੋਂ 2 ਦਿਨ ਪਹਿਲੇ 4 ਗੱਡੀਆਂ ਵੱਢੀਆਂ ਸੀ ਉਹਨਾਂ ਨੇ। ਉਹ 82 ਤੇ ਵੱਢੀਆਂ ਸੀ। ਜੀ ਜੀ ਜੀ। ਉਹ ਚੂੰਕਿ 4 82 ਵੱਢ ਚੁੱਕੇ ਸੀ। ਇਹ ਪਲੈਨਿੰਗ ਨਾਲ ਪੂਰੀ ਸਾਰੀ ਸਾਰਾ, ਯਾਨੀ ਕਿ ਉਹ ਜੇ ਬਲੋਚ ਰੈਜੀਮੈਂਟ ਦੇ ਉਹ 16 ਜਵਾਨ ਨਾ ਆਉਂਦੇ ਤਾਂ ਇਸ ਗੱਡੀ ਤੇ ਵੀ ਬਲਵਾਈਆਂ ਕਿੱਸਾ ਇਹ ਪਰੀਨਾ ਹੋ ਜਾਣਾ ਸੀ। ਬਿਲਕੁਲ। ਉਹ ਫਿਰ ਬੈਕ ਆਈ ਜੀ ਗੱਡੀ। ਅੱਛਾ, ਹੌਲੀ 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 ਲਿਆ ਕੇ ਉੱਥੇ ਹੀ ਚੂੜ ਵਾਲੀ ਲਿਆ ਕੇ ਤੇ ਫਿਰ ਉੱਥੇ ਮੇਰਾ ਮਤਲਬ ਉਹਨਾਂ ਨੇ ਗੱਡੀ ਛੱਡੀ। ਫਿਰ ਉਹ ਲੋਕਾਂ ਨੂੰ ਉਤਾਰਿਆ ਵੀ ਤੁਸੀਂ ਖਬਰਦਾਰ ਮੁੜ ਕੇ ਤੁਸੀਂ ਅੱਛਾ ਇਹਦੇ ਤੇ ਨਹੀਂ ਚੜਨਾ ਹੈਗਾ। ਬਸ ਫਿਰ ਦੁਬਾਰਾ ਗੱਡੀ ਕਿੱਦਾਂ ਤੁਸੀਂ ਮੂਵ ਕੀਤਾ ਉੱਥੋਂ? ਉਹ ਦੂਸਰਾ ਜਿਹੜਾ ਨੇ ਜੀ ਉਹਦਾ ਫਿਰ ਉਹ ਮੂਵ ਇਸ ਤਰ੍ਹਾਂ ਕੀਤਾ ਵੀ ਫਿਰ ਕੋਈ 15 ਕੁ ਦਿਨ ਬਾਅਦ ਫਿਰ ਉੱਥੇ ਬਾਕਾਇਦਾ ਅਨਾਊਂਸਮੈਂਟ ਹੋਈ ਵੀ ਇਹ ਪਾਕਿਸਤਾਨ ਜਾਏਗੀ ਗੱਡੀ ਤੇ ਯਕੀਨ ਦਿਲਾਇਆ ਗਿਆ ਜ਼ਿੰਮੇਦਾਰ ਲੋਕਾਂ ਵੱਲੋਂ। ਫਿਰ ਉਹ ਦੁਨੀਆ ਫਿਰ ਉਹਦੇ ਤੇ ਚੜੀ। ਫਿਰ ਉਹ ਗਈ ਪਾਕਿਸਤਾਨ। ਉਹ ਫਿਰ ਗੱਡੀ ਆਈ ਲਾਹੌਰ ਤੱਕ? ਉਹ ਗੱਡੀ ਲਾਹੌਰ ਤੱਕ ਨਹੀਂ, ਅੱਗੇ ਗਈ ਗੱਡੀ ਉਹ। ਅੱਛਾ, ਉਹ ਫਿਰ ਸਾਨੂੰ ਉਹਦੇ ਤੇ ਵੀ ਉੱਤੇ ਜਗ੍ਹਾ ਆਈ। ਅੱਛਾ, ਕੁਦਰਤੀ। ਉਹਦੇ 'ਚ ਫਿਰ ਜਿਸ ਵਕਤ ਅਸੀਂ ਅੱਖਾਂ ਨਾਲ ਵੇਖੀਆਂ ਦਰਿਆ ਦੇ ਉੱਤੇ ਇੱਧਰ ਅੰਬਾਰ ਲੱਗੇ ਹੋਏ ਲਾਸ਼ਾਂ ਦੇ। ਤੁਸੀਂ ਦਰਿਆ ਬਿਆਸੇ ਦੀ ਗੱਲ ਕਰ? ਬਿਆਸੇ ਦੀ, ਬਿਆਸ ਦੇ ਉੱਤੋਂ ਦੀ ਨਾ ਲਹੂ ਨਾਲ ਭਰਿਆ ਸੀ। ਭਰਿਆ ਸੀ। ਅੱਛਾ, ਉਸ ਤੋਂ ਬਾਅਦ ਫਿਰ ਗੱਡੀ ਜਿਹੜੀ ਹੈ ਨਾ ਉਹ ਲਾਹੌਰ ਜਿਸ ਵਕਤ ਆ ਗਿਆ ਤਾਂ ਗੱਡੀ ਪਤਾ ਲੱਗ ਗਿਆ ਪਹਿਲੇ ਵੀ ਲਾਹੌਰ ਆ ਗਿਆ। ਅੱਛਾ, ਦੁਨੀਆ ਬੜੀ ਫਿਰ ਤਗੜੀ ਹੋ ਗਈ। ਗੱਡੀ ਤੇਜ਼ ਹੋ ਗਈ। ਅੱਛਾ, ਰੁਕੀ ਨਹੀਂ। ਅੱਛਾ, ਉਹ ਗੱਡੀ ਜਿਹੜੀ ਹੈ ਉਹ ਹੋਰ ਸਪੀਡ ਤੇਜ਼ ਹੋ ਗਈ, ਹੋਰ ਸਪੀਡ ਤੇਜ਼ ਹੋ ਗਈ। ਉਹ ਦਰਅਸਲ ਪਤਾ ਫਿਰ ਬਾਅਦ 'ਚ ਲੱਗਾ ਵੀ ਉੱਥੇ ਲੋਕ ਇਤਨੇ ਇਕੱਠੇ ਹੋ ਗਏ ਸੀ ਲਾਹੌਰ ਦੇ ਵਿੱਚ। ਯਾਨੀ ਕਿ ਆਲਰੇਡੀ ਬਹੁਤ ਸਾਰੇ ਤਾਫਨ ਫੈਲ ਗਿਆ ਸੀ। ਉਹਨਾਂ ਦਾ ਪ੍ਰੋਗਰਾਮ ਇਹ ਸੀ ਵੀ ਇਹਨੂੰ ਉਹ ਡੇਰਾ ਗਾਜ਼ੀ ਖਾਨ ਸਾਈਡ ਤੇ ਉੱਥੇ ਗੱਡੀ ਲਿਜਾਈ ਜਾਵੇ। ਉੱਥੋਂ ਆ ਕੇ ਤੇਜ਼ ਕਰਤੀ ਉਹਨਾਂ ਨੇ ਗੱਡੀ। ਉੱਥੇ ਫਿਰ ਸਾਡਾ ਇੱਕ ਨया ਟੈਸਟ ਆ ਗਿਆ। ਅੱਛਾ, ਅਸੀਂ ਉਤਰਨਾ ਸੀ ਲਾਹੌਰ। ਸਾਡੇ 2 ਭਾਈ ਇੱਥੇ 3 ਲਾਹੌਰ ਸਨ। ਅਸੀਂ ਲਾਹੌਰ ਉਤਰਨਾ ਸੀ। ਅਸੀਂ ਫਿਰ ਚੱਲਦੀ ਗੱਡੀ ਤੋਂ ਛਾਲਾਂ ਮਾਰੀਆਂ। ਅੱਛਾ, ਕਿਹਨੇ ਉਸ ਟਾਈਮ? ਇੱਕ ਭੈਣ ਸੀ। ਅੱਛਾ, ਇੱਕ ਵਾਲਦਾ ਤੇ 6 ਭਾਈ ਸੀ ਅਸੀਂ। ਅੱਛਾ, ਤੇ ਇਹਨਾਂ ਨੇ ਕਹਾ ਵਾਲਿਦ ਸਾਹਿਬ ਪਹਿਲੇ ਆ ਗਏ ਸੀ। ਪਹਿਲੇ ਆ ਗਏ। ਅੱਛਾ, ਉਹ ਯਾਨੀ ਕਿ ਤੁਸੀਂ 9 ਬੰਦਿਆਂ ਨੇ ਚਲਦੀ ਗੱਡੀ ਤੋਂ ਛਾਲਾਂ ਮਾਰੀਆਂ? ਚਲਦੀ ਗੱਡੀ ਤੋਂ ਛਾਲਾਂ ਮਾਰੀਆਂ।
ਉਹ ਕਿਤਾਬ ਕਿਤੇ ਤੁਸੀਂ ਪੜ੍ਹੋ ਨਾ, ਹਾਂਜੀ ਹਾਂਜੀ ਤੇ ਉਹਦੇ 'ਚ ਫਿਰ ਇਹ ਤਕਰੀਬਨ 5 ਮੀਲ ਦੇ ਵਿੱਚ, 5 ਮੀਲ 'ਚ ਸੀ ਨਾ, ਉਹ ਜਿੱਥੋਂ ਦੇਖਦੇ ਸੀ ਵੀ ਨਰਮ ਜੀ ਜਗ੍ਹਾ ਉੱਥੇ ਨਿਆਣਾ ਇੱਕ ਸੁੱਟ ਦਿੰਦੇ ਸੀ, ਤੇ 5 ਮੀਲਾਂ 'ਚ ਸੀ ਨਾ, ਮੇਰਾ ਮਤਲਬ ਫਿਰ ਇਹਦਾ ਖਿਲਰ ਖਿਲਰ ਕੇ ਉਤਰੇ ਡਿੱਗੇ ਛਾਲਾ ਮਾਰ ਕੇ। ਫਿਰ ਉਹ ਇਕੱਠਿਆਂ ਕੀਤਾ, ਇਕੱਠਿਆਂ ਕਰਕੇ ਮੈਂ ਉਹਦੇ 'ਚ ਫਿਰ ਕਿਤਾਬ 'ਚ ਲਿਖਿਆ ਜੀ ਵੀ ਉੱਥੇ ਜਿਹੜਾ ਮਾਂ ਨੇ ਲੈਕਚਰ ਦਿੱਤਾ ਸੀ ਨਾ ਸਾਨੂੰ, ਉਹ ਪੜ੍ਹਨ ਵਾਲਾ ਵੈਸੇ ਜੀ। ਮੈਂ ਦਰਸ਼ਕਾਂ ਨੂੰ ਦੱਸਾਂ ਕਿ ਅਗਰ ਜਿਹੜੇ ਲੋਕ ਮੈਨੂੰ ਜਾਣਦੇ, ਪਿਛਲੇ ਦਿਨਾਂ 'ਚ ਲੋਹੜੀ ਦੇ ਪ੍ਰੋਗਰਾਮ 'ਚ ਵੀ ਚੌਧਰੀ ਕੁਰਬਾਨ ਅਲੀ ਚੌਹਾਨ ਸਾਹਿਬ ਦੀ ਅਸੀਂ ਕਿਤਾਬ ਦਿਖਾਈ ਸੀ। ਹੁਣ ਇਸ ਟਾਈਮ ਇਹ ਕਿਤਾਬ ਜਿਹੜੀ ਹੈ ਇਹ ਇੰਟਰਨੈਟ ਦੇ ਉੱਤੇ ਫ੍ਰੀਲੀ ਅਵੇਲੇਬਲ ਹੈ। ਅਗਰ ਕੋਈ ਵੀ ਬੰਦਾ ਪਾਕਿਸਤਾਨ, ਇੰਡੀਆ ਦਾ ਇਹਨੂੰ ਪੜ੍ਹਨਾ ਚਾਹੁੰਦਾ ਤਾਂ PDF ਦੀ ਸ਼ਕਲ, ਦੁਨੀਆ ਜਿੱਥੇ ਮਰਜ਼ੀ, ਔਰ ਬਹੁਤ ਸਾਰੇ ਲੋਕਾਂ ਨੇ ਪਿਛਲੇ ਕੋਈ ਚੰਦ ਦਿਨਾਂ ਦੇ ਵਿੱਚ ਹੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਹੰਡਰਡਸ ਆਫ ਪੀਪਲ ਨੇ ਉਹ ਡਾਊਨਲੋਡ ਕੀਤੀ ਔਰ ਕਿਤਾਬ ਨੂੰ ਕੀਤਾ। ਫਿਲਹਾਲ ਉਹ ਕਿਤਾਬ ਜਿਹੜੀ ਹੈ ਉਹ ਜਿਹਨੂੰ ਸ਼ਾਹਮੁਖੀ ਕਹਿੰਦੇ ਆ, ਸਾਡੀ ਉਰਦੂ ਦੇ ਵਿੱਚ ਹੈ। ਤੇ ਜਿਹੜੇ ਉਰਦੂ ਪੜ੍ਹਨ ਵਾਲੇ ਹੁਸ਼ਿਆਰਪੁਰ ਦੇ ਲੋਕ ਹੈ, ਜਿਨ੍ਹਾਂ 'ਚ ਬੜੇ ਪ੍ਰੋਮੀਨੈਂਟ ਇੱਕ ਸ਼ਾਇਰ ਹੈ ਕਸ਼ਿਸ਼ ਹੁਸ਼ਿਆਰਪੁਰੀ ਜੀ, ਡਾਕਟਰ ਸਾਵਲ ਧਾਮੀ ਜੀ, ਇਸ ਲੈਵਲ ਦੇ ਲੋਕਾਂ ਤੱਕ ਉਹ ਕਿਤਾਬ ਜਿਹੜੀ ਹੈ ਪਹੁੰਚ ਚੁੱਕੀ ਹੈ। ਪ੍ਰੇਮ ਕੁਮਾਰ ਨਜ਼ਰ ਜੀ ਦੇ ਬੜੇ ਵੱਡੇ ਉਰਦੂ ਦੇ ਸ਼ਾਇਰ ਹੋਏ, ਉਹ ਹੁਣ ਦੁਨੀਆ 'ਚ ਨਹੀਂ, ਉਹਨਾਂ ਦੇ ਬੇਟੇ ਮੇਰੇ ਹਮਨਾਮ ਹੈ ਮੁਨੀਰ ਨਜ਼ਰ ਜੀ, ਉਹਨਾਂ ਤੱਕ ਕਿਤਾਬ ਪਹੁੰਚ ਚੁੱਕੀ। ਅਗਰ ਕੋਈ ਬੰਦਾ ਉੱਥੋਂ ਦਾ ਉੱਧਰ ਦਾ ਲੈ ਕੇ ਪੜ੍ਹਨਾ ਚਾਹੇ ਤੇ ਪੜ੍ਹ ਸਕਦਾ। ਸਹੀ ਬਾਤ। ਤੇ ਫਿਰ ਤੁਹਾਡੇ ਨਾਲ ਇੱਧਰ ਆ ਕੇ ਕੀ ਵਾਪਰਿਆ, ਇੱਥੇ ਆ ਕੇ ਕੀ ਹੋਇਆ ਫਿਰ? ਅੱਛਾ, ਉਹ ਮੈਂ ਅੱਜ ਕੀਤੀ ਨਾ ਜੀ ਜਿਸ ਵਕਤ ਕਿ ਉਹ ਫਿਰ ਅਸੀਂ ਸਭ ਤੋਂ ਲਾਸਟ ਜਿਹੜੀ ਛਾਲ ਮਾਰੀ ਸੀ ਨਾ ਗੱਡੀ ਤੋਂ ਜੀ, ਉਹ ਮੇਰੀ ਵਾਲਦਾ ਨੇ ਤੇ ਵੱਡੇ ਭਾਈ ਨੇ। ਅੱਛਾ, ਹਾਜੀ ਅਬਦੁਲ ਗਫੂਰ ਉਹਨਾਂ ਦਾ ਨਾਂ ਸੀ। ਇਹਨਾਂ ਨੇ ਅੱਛਾ, ਇਹ ਫਿਰ ਬੱਚਾ ਜਿੱਥੇ ਜਿੱਥੇ ਸੁੱਟਦੇ ਸੀ ਉਹ ਇਕੱਠਾ ਕਰਦੇ ਆਏ। ਹਾਏ ਹਾਏ। ਉਹ ਫਿਰ ਚੋਟਾਂ ਤਾਂ ਲੱਗਣੀਆਂ ਸੀ, ਉਹਨਾਂ 'ਚ ਜ਼ਖਮ ਵੀ ਹੈਗੇ ਸੀ, ਖੂਨ ਵੀ ਉਸਦਾ ਸੀ, ਲੇਕਿਨ ਦਰਦ ਨਹੀਂ ਸੀ ਉੱਥੇ। ਦਰਦ ਨਹੀਂ ਉਹ ਇੱਕ ਪਹੁੰਚਣ ਦੀ ਖੁਸ਼ੀ ਸੀ, ਉਹ ਇਹੀ ਸੀ ਵੀ ਪਾਕਿਸਤਾਨ ਪਹੁੰਚ ਗਏ ਹੈ ਜੀ। ਉਹ ਫਿਰ ਵਾਲਦਾ ਨੇ ਇਹੀ ਕਿਹਾ ਵੀ ਪੁੱਤਰ ਹੁਣ ਇਹ ਆਖਰੀ ਦੁੱਖ ਹੈ ਜਿਹੜਾ ਤੁਸੀਂ ਵੇਖ ਲਿਆ। ਹਾਏ ਹਾਏ ਹਾਏ। ਹੁਣ ਫਿਰ ਅੱਗੇ ਉਹ ਪੜ੍ਹਨ ਵਾਲੀ ਗੱਲ ਹੈਗੀ ਆ, ਉਹ ਭਈ ਉਹਦੇ 'ਚ ਉਹਨਾਂ ਨੇ ਕਿਹਾ ਵੀ ਇੱਥੇ ਹੁਣ ਨਾ ਇਨਸਾਫੀ ਨਹੀਂ ਹੋਏਗੀ, ਇੱਥੇ ਜ਼ਿਆਦਤੀ ਨਹੀਂ ਹੋਏਗੀ, ਇੱਥੇ ਜਨਾਬ ਸ਼ੇਰ ਬੱਕਰੀ ਇੱਕੋ ਜਗ੍ਹਾ ਦਾ ਪਾਣੀ ਪੀਣਗੇ, ਇੱਥੇ ਇਨਸਾਫ ਤੁਹਾਨੂੰ ਮਿਲੇਗਾ, ਉੱਥੇ ਇਹ ਹੋਏਗਾ ਉਹ ਹੋਏਗਾ। ਬੜਾ ਲੰਬਾ ਚੌੜਾ ਉਹਨਾਂ ਉਹ ਲੈਕਚਰ ਦਿੱਤਾ। ਤੇ ਮੈਂ ਉਹਨਾਂ ਨੂੰ ਕਿਤਾਬ ਦੇ ਵਿੱਚ ਲਿਖਿਆ ਵੀ ਮੈਂ 7 ਸਾਲ ਦੀ ਉਮਰ ਦੇ ਵਿੱਚ ਉਹ ਲੈਕਚਰ ਆਪਣੀ ਵਾਲਦਾ ਕੋਲੋਂ ਸੁਣਿਆ ਸੀ, ਤੇ 80 ਸਾਲ ਦੀ ਉਮਰ ਦੇ ਪੂਰੇ ਕਰਕੇ ਤੇ ਮੈਂ ਤੁਹਾਨੂੰ ਹੈਂਡਓਵਰ ਕਰ ਰਿਹਾ। ਹਾਂਜੀ, ਯਾਨੀ ਕਿ ਜੋ ਤੁਸੀਂ ਆਪਣੀ ਮਾਂ ਕੋਲੋਂ ਸਿੱਖਿਆ ਲਈ, ਉਹਨੂੰ ਆਪਣਾ ਉਹ ਨਾਲੇਜ ਅਗਲੀ ਨਸਲ ਦੇ ਵਿੱਚ ਇੱਕ ਕਿਤਾਬੀ ਰੂਪ ਦੇ ਵਿੱਚ ਤੁਸੀਂ ਇਸ ਜਿਹੜਾ ਉਹ ਦੇ ਦਿੱਤਾ। ਬਾਕੀ ਫਿਰ ਜਨਾਬ ਇੱਥੇ ਆ ਕੇ ਫਿਰ ਜੋ ਦੁਨੀਆ ਨੂੰ ਫਿਰ ਮਸਾਇਲ ਤੁਹਾਨੂੰ ਪਤਾ ਹੈ, ਬੱਲੇ 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 ਉਹ ਸਾਰੇ ਮਸਾਇਲ ਫਿਰ ਝੀਲੇ, ਜਿਵੇਂ ਵੀ ਝੀਲਣੇ ਸੀ। ਮੇਰਾ ਮਤਲਬ ਇੱਥੇ ਫਿਰ ਸਕੂਲਾਂ ਦੇ ਵਿੱਚ ਵੀ ਦਾਖਲੇ ਲਏ ਤੇ ਪੜ੍ਹੇ ਵੀ, ਤੇ ਮਿਹਨਤਾਂ ਵੀ ਕੀਤੀਆਂ, ਮੁਸ਼ੱਕਤਾਂ ਵੀ ਕੀਤੀਆਂ। ਫਿਰ ਅੱਲਾ ਦਾ ਕਰਮ ਔਰ ਫਜ਼ਲ ਹੋਇਆ ਕਿ ਅਸੀਂ ਅਸੈਂਬਲੀਆਂ ਤੱਕ ਵੀ ਗਏ ਜੀ। ਮੈਂ ਖਾਸ ਤੌਰ 'ਤੇ ਜਿਹੜੇ ਇੰਡੀਅਨ ਔਰ ਬਾਹਰ ਦੇ ਲੋਕ ਦੇਖ ਰਹੇ, ਪਾਕਿਸਤਾਨ ਦੇ ਵਿੱਚ ਤਾਂ ਹਰ ਬੰਦੇ ਨੂੰ ਚੌਧਰੀ ਸਾਹਿਬ ਦੀ ਜਿਹੜਾ ਸਿਆਸੀ ਸਫ਼ਰ ਹੈ ਉਹਦਾ ਪਤਾ ਕਿ ਚੌਧਰੀ ਕੁਰਬਾਨ ਅਲੀ ਚੌਹਾਨ ਸਾਹਿਬ ਜਿਹੜੀ ਪੰਜਾਬ ਦੀ ਪਾਰਲੀਮੈਂਟ ਹੈ, ਪੰਜਾਬ ਦੀ ਅਸੈਂਬਲੀ ਦੇ ਮੈਂਬਰ ਵੀ ਰਹੇ, ਔਰ ਉਸ ਤੋਂ ਬਾਅਦ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੀ ਰਹੇ, ਔਰ ਉਸ ਤੋਂ ਬਾਅਦ ਇਹਨਾਂ ਦਾ ਬੇਟਾ ਵੀ ਜਿਹੜਾ ਪੰਜਾਬ ਅਸੈਂਬਲੀ ਦਾ ਮੈਂਬਰ ਜਿਹੜਾ ਉਹ ਇਲੈਕਟ ਹੋ ਚੁੱਕਿਆ। ਇੱਕ ਬੜਾ ਮੁਤਹਰਕ ਸਿਆਸੀ ਖਾਨਦਾਨ ਹੈ ਡਿਸਟ੍ਰਿਕਟ ਬੂਰੇਵਾਲਾ ਦਾ। ਉਹ ਮੈਂ ਛੋਟੀ ਜਿਹੀ ਅਰਜ਼ ਕਰਦੇ ਹਾਂ ਜੀ ਜੀ। ਉਹਦੇ 'ਚ ਇਹ ਹੈ ਜੀ ਕਿ ਸਨ 80 ਤੋਂ 84 ਤੱਕ ਮੈਂ ਮਜਲਿਸ ਸ਼ੂਰਾ ਦਾ ਮੈਂਬਰ ਰਿਹਾ ਜੀ ਜੀ, ਇਸਲਾਮਾਬਾਦ ਜੀ ਜੀ। ਉਸ ਤੋਂ ਬਾਅਦ ਫਿਰ ਮੈਂ ਆਜ਼ਾਦ ਜਿੱਤਿਆ ਸੀ MPA 88 ਦੇ 1988 ਜੀ। MPA ਦਾ ਮਤਲਬ ਪੰਜਾਬ ਅਸੈਂਬਲੀ ਦੇ ਮੈਂਬਰ, ਪੰਜਾਬ ਅਸੈਂਬਲੀ ਦੇ ਮੈਂਬਰ। ਹਾਂ ਜੀ, ਉਹਦੇ 'ਚ ਇੱਕ ਛੋਟੀ ਜਿਹੀ ਸਪੈਸ਼ਲਿਸਟੀ ਵੀ ਹੈਗੀ ਹੈ, ਸਪੈਸ਼ਲਿਟੀ ਜੀ ਜੀ, ਕਿ ਅਸੀਂ 33 ਬੰਦੇ ਆਜ਼ਾਦ ਮੁੰਤਖਬ ਹੋਏ ਸੀ ਪੰਜਾਬ ਦੇ 33 MP ਆਜ਼ਾਦ ਜਿੱਤੇ ਸੀ ਜੀ ਜੀ, ਜਿਨ੍ਹਾਂ 'ਚ 32 ਜਿਹੜੇ ਹੈ ਮੀਆਂ ਨਵਾਜ਼ ਸ਼ਰੀਫ ਲੈ ਗਿਆ ਸੀ ਖਰੀਦ ਕੇ।
ਹਾਂਜੀ ਉਸ ਟਾਈਮ ਇਹ ਛਾਂਗੇ ਮਾਂਗੇ ਵਾਲਾ ਲੱਗਾ ਛਾਂਗਾ ਮਾਂਗਾ ਉਦੋਂ ਹੀ ਉਦੋਂ ਹੀ ਉਦੋਂ ਉਦੋਂ ਇਹ ਟਰਮ ਅਸੀਂ ਸੁਣੀ। ਮੈਂ 8ਵੀਂ ਜਮਾਤ 'ਚ ਪੜ੍ਹਦਾ ਸੀ ਜੀ 88 ਦੇ ਵਿੱਚ, ਬਿਲਕੁਲ ਇਹ ਅਸੀਂ ਟਰਮ ਸੁਣੀ। ਔਰ ਉਹੀ ਬਦਬਖਤੀ ਸਾਡੀ ਸ਼ੁਰੂ ਹੋਈ, ਬਸ ਸੋ ਕਾਲ ਜਮਹੂਰੀਅਤ ਜਿਹੜੀ ਉਹ ਰਹੀ 15-20 ਸਾਲ, ਜਿਹਨੇ ਇਸ ਮੁਲਕ ਦੀਆਂ ਬੁਨਿਆਦਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਇਮਰਾਨ ਖਾਨ ਨੂੰ ਬੜੀ ਸਟਰਗਲ ਕਰਨੀ ਪੈ ਰਹੀ ਉਹਨੂੰ ਵਾਪਸ ਉਸ ਟਰੈਕ ਤੇ ਲਿਆਉਣ। ਅੱਛਾ ਇੱਕ ਬੰਦਾ ਹਾਂ ਇੱਕ ਬੰਦਾ ਜਾ ਕੇ ਬੇਨਜ਼ੀਰ को पहुंच गया, पीपल पार्टी जाके शामिल होया, तो फिर मैं आके अपोजिशन च बैठ गया। ਜਦੋਂ ਕਿ ਤੁਹਾਨੂੰ ਪਤਾ ਵੀ ਸੀ ਕਿ ਪੰਜਾਬ 'ਚ ਇਹਨਾਂ ਦੀ ਗਵਰਨਮੈਂਟ ਬਣਨ ਵਾਲੀ ਵੀ ਹੈ जी गवर्नमेंट बन गई सी उन्हां दी के ਮੈਂ ਚਾਹਾਂਗਾ ਵੀ ਹੁਣ ਜਿਹੜੀ ਸਾਡੀ ਨੌਜਵਾਨ ਨਸਲ ਹੈ ਉਹਨਾਂ ਲਈ ਕੀ ਹੋਣਾ ਚਾਹੀਦਾ, ਤੁਸੀਂ ਕੀ ਦੇਖਦੇ ਵੀ ਹੁਣ ਕੀ ਤੁਹਾਡੇ ਜ਼ਿਹਨ ਦੇ ਵਿੱਚ ਹੈ? 80 ਸਾਲ ਦਾ ਤਜਰਬਾ ਵੀ ਤੁਹਾਡਾ, ਔਰ ਇੰਨੇ ਚੰਗੇ ਮਾੜੇ ਹਾਲਾਤ ਵੀ ਦੇਖੇ, ਪੋਲੀਟਿਕਸ ਵੀ ਦੇਖੀ, ਉਜਾੜੇ ਵੀ ਦੇਖੇ, ਅੱਜ ਤੁਸੀਂ ਕੀ ਸੋਚਦੇ ਵੀ ਕੀ ਹੋਣਾ ਚਾਹੀਦਾ ਸੀ ਤੇ ਕੀ ਹੋਇਆ? सर मैं ये समझो बिल्कुल ਤੁਹਾਡੀ इस फरमान के मुताबिक ही ये मेरा पैगाम है कि इस वक्त एक गैप आ गया बजुर्गों और नौजवान नस्ल दे विच। नौजवान नस्ल जिहड़ी है बड़ी घाटे जा रही है, वो चिंबड़ गई है, मोबाइल नूं चिंबड़ गई है, टीवी नूं चिंबड़ गई है, दूसरियां खेडां च पै गई है, वो बजुर्गों दी गल्लां नहीं सुन रही। इस वास्ते मेरा गवर्नमेंट ऑफ पाकिस्तान नूं भी ये गुजारिश है, जिन्ने वड्डे ते अडल्ट लोग हैगे ने, पढ़े लिखे लोग ने, उन्होंने भी ये गुजारिश है, ते जिहड़ी नौजवान नस्ल है खसूसी तौर ते उन्होंने गुजारिश है कि वो बह के इस सवाल दे उत्ते जरा गौर करन कि मुल्क क्यों बनिया सी, किवें बनिया सी, वो तो पहले की सी तो वो तो बाद की। ये जिहड़ा ये तुहानू फंक्शन करना पएगा, चाहे इहनू कोर्स दे विच शामिल करो, चाहे तुसी हर जिहड़ा चैनल कम अज कम 1 घंटा हो इस गल ते महसूस करे भी ये मुल्क क्यों बनिया सी, किवें बनिया सी, समझ आ गई? और ਅਸੀਂ ਉਸ मकसद ਨੂੰ किन्ना पालिया और किन्ने क दूर आ ਉਹਦੇ ਤੋਂ। जी बेशक, जी बिल्कुल सही बात है, सही बात है, बहुत सोहना पैगाम ਦਿੱਤਾ सही बात ਸਾਹਿਬ ਨੇ। हाँ ਤੇ ਹੁਣ ਇਜਾਜ਼ਤ ਚਾਹਾਂਗੇ ਤੇ ਪਾਤਰ ਜੀ ਨੇ ਲਿਖਿਆ ਕਿ ਜਿਉਂਦਿਆਂ ਦੀ ਵਿੱਚ ਅਦਾਲਤ ਨਿਤ ਪੈਣ ਮੋਇਆਂ ਨੂੰ ਬਾਜਾਂ, ਕਦੀ ਤਾਂ ਮੋਏ ਮੁਨਸਫ ਬਣਦੇ, ਕਦੀ ਭਰਨ ਖਰਾਜਾਂ, ਕਬਰਾਂ ਵਿੱਚ ਵੀ ਸੌਣ ਨਾ ਦਿੰਦੇ ਇਹ ਬਿੰਦੀ ਇਹ ਨਾਦੀ, हाय हाय ਇੱਕ ਵਾਰੀ ਜੋ ਜਨਮ ਲਵੇ ਉਹ ਸੁਲਗੇ ਆਦ ਜੁਗਾ। ਬਹੁਤ ਸ਼ੁਕਰੀਆ, ਰੱਬ ਰਾਖਾ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾ। दाल दलीलां छड़ वजूदों हो होशियार फकीरा हो, बन तवक्कल पंछी उड़दे पल्ले ना रखन जीरा हो, रोजी रोज उड़ खान हमेशा कदे ना करन जखीरा हो, बाहू रिज़्क उन्हां नूं मिलदा पत्थर दे विच कीड़ा। वाह जी वाह, वाह जी, बहुत वधिया जी, कमाल। गुलजारे हस्तो बूद ने बेगाना वार देख है, देखने की चीज इसे बार बार देख, खोली है ज़ौक़े दीद ने आंखें तेरी अगर, हर राह गुजर में कफे पाए यार दे। माना कि तेरी दीद के काबिल नहीं हूं मैं, तुम मेरा शौक देख मेरा इंतजार। वाह वाह है जी जी। उस्ताद दामन जी दी कविता के ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ, ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ, ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ, ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ, ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ, ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ, ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ ਢੋਏ ਅਸੀਂ ਵੀ ਹਾਂ, ਜਾਗਣ ਵਾਲਿਆਂ ਰੱਜ ਕੇ ਲੁਕਿਆ ਏ,
ਜਾਗਣ ਵਾਲਿਆਂ ਰੱਜ ਕੇ ਰੱਜ ਲੁੱਟਿਆ ਕੇ ਲੁੱਟਿਆ ਏ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ। ਤੇ ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਇਹ ਦੱਸਦੀ ਹੈ ਲਾਲੀ ਅੱਖੀਆਂ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਬਹੁਤ ਅੱਛੀ।